ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1373 ਤੇ 165 ਨੰਬਰ ਤੋਂ ਬਾਅਦ ਹੈ। ਸ਼ਲੋਕ ਨੰਬਰ 165, ਅੰਗ ਹੈ 1373, 165 ਨੰਬਰ ਤੋਂ ਬਾਅਦ ਹੈ। ਕਬੀਰ ਦੁਨੀਆ ਕੇ ਦੋਖੇ ਮੁਆ, ਚਾਲਤ ਕੁਲ ਕੀ ਕਾਨ, ਤਬ ਕੁਲ ਕਿਸ ਕਾ ਲਾਜ ਸੀ, ਜਬ ਲੈ ਧਰੇ ਮਸਾਨ। ਇਹ ਮਨੁੱਖ ਦੁਨੀਆ ਵੱਲ ਵੇਖਦਾ, ਫਿਰ ਦੁਖੀ ਹੁੰਦਾ ਰਹਿੰਦਾ। ਜੇ ਤੁਸੀਂ ਦੁਖੀ ਹੋਣਾ ਤਾਂ ਅਮੀਰਾਂ ਵੱਲ ਵੇਖੋ, ਸੁਖੀ ਹੋਣਾ ਫਿਰ ਆਪਣੇ ਤੋਂ ਗਰੀਬਾਂ ਵੱਲ ਵੇਖੋ। ਜੇ ਤਰੱਕੀ ਕਰਨੀ ਹੈ ਤਾਂ ਉੱਪਰ ਵਾਲਾ ਵੱਲ ਵੇਖੋ। ਜੇ ਤੁਸੀਂ ਆਪਣੇ ਸੰਤੁਸ਼ਟ ਹੋ ਫਿਰ ਹੇਠਾਂ ਵੱਲ ਵੇਖੋ। ਇਹ ਮਨੁੱਖ ਜਿਸ ਨੂੰ ਮਿਲਣ ਜਾਂਦਾ ਹੈ, ਹੁਣ ਜੇ ਮੈਂ ਕੱਲ੍ਹ ਗਿਆ ਲੁਧਿਆਣੇ, ਦੋਨੋਂ ਘਰ ਕਰੋੜਾਪਤੀ ਸਨ, ਵੱਡੇ ਵੱਡੇ ਕਾਰਖਾਨੇ ਸਨ ਦੋਨਾਂ ਦੇ। ਹੁਣ ਉਹਨਾਂ ਕਰੋੜਾਪਤੀਆਂ ਨੂੰ ਵੇਖ ਕੇ ਜੇ ਮੈਂ ਕਿਹਾ ਹਾਏ ਹੋਏ ਤੂੰ ਕਰੋੜਪਤੀ ਨਹੀਂ ਹੈਗਾ, ਫਿਰ ਦੁਖੀ ਹੋਣਾ, ਫਿਰ ਦੁਖੀ ਹੀ ਹੋਣਾ। ਇਹ ਮਨੁੱਖ ਨਾ ਇਹ ਦੁਨੀਆ ਦੇ ਦੋਖ ਜੇ ਦੁਖੀ ਹੋਏ ਰਿਹਾ, ਦੁਨੀਆ ਵੱਲ ਵੇਖਦਾ, ਅੰਦਰ ਤ੍ਰਿਸ਼ਨਾ ਪੈਦਾ ਹੁੰਦੀ ਹੈ। ਇੱਕ ਗਰੀਬ ਬੀਬੀ ਹੈ, ਅਮੀਰ ਦੇ ਘਰ ਚਲੇ ਗਈ, ਉਹਨਾਂ ਦਾ ਡਰਾਇੰਗ ਰੂਮ ਵੇਖਿਆ, ਉਹਨਾਂ ਦੀ ਰਸੋਈ ਵੇਖੀ ਹੈ। ਹਾਏ ਹੋਏ ਸਾਡੀ ਵੀ ਰਸੋਈ ਇਹੋ ਜਿਹੀ ਹੋਵੇ, ਸਾਡਾ ਵੀ ਡਰਾਇੰਗ ਰੂਮ ਇਹੋ ਜਿਹਾ ਹੋਵੇ। ਹਾਏ ਹੋਏ ਨਾਲ ਨਹੀਂ ਗੱਲ ਬਣੇਗੀ, ਆਪਣੀ ਆਰਥਿਕ ਹਾਲਤ ਵੇਖਣੀ। ਇੱਕ ਕਹਿੰਦਾ ਜੀ ਸਾਡਾ ਮਕਾਨ ਬਣ ਜੇ, ਮੈਂ ਪੈਸੇ ਹੈਗੇ ਜੋ ਮਰਜ਼ੀ ਖਰੀਦ ਲੈ। ਨਹੀਂ ਜੀ ਪੈਸੇ ਤਾਂ ਘੱਟ ਨੇ, ਮੈਂ ਤਾਂ ਤੁਹਾਨੂੰ ਦੇ ਨਹੀਂ ਸਕਦਾ ਪੈਸੇ। ਪੈਸੇ ਇਕੱਠੇ ਕਰੀਏ, ਜਦੋਂ ਪੈਸੇ ਹੋਣਗੇ ਮਕਾਨ ਬਣਾ ਲਓ। ਮੈਨੂੰ ਕਈ ਵਾਰੀ ਕਾਹਲਾ ਪੈ ਜਾਂਦਾ। ਹਰ ਇੱਕ ਚੀਜ਼ ਨੇ ਸਮਾਂ ਆ ਕੇ ਬਣਨਾ ਹੁੰਦਾ, ਅਤੇ ਜੋ ਵੀ ਬਣਨਾ ਮਾਇਆ ਨਾਲ ਬਣਨਾ ਹੈ। ਪਹਿਲਾਂ ਮਾਇਆ ਦਾ ਪ੍ਰਬੰਧ ਕਰ ਲਓ, ਫਿਰ ਕਰੋ। ਚਾਦਰ ਵੇਖ ਕੇ ਪੈਰ ਪਸਾਰ ਰਹੇ ਨੇ। ਇਹ ਨਹੀਂ ਕਿ ਪੈਸੇ ਥੋੜ੍ਹੇ ਨੇ ਕੋਲ ਅਤੇ ਖਰਚਾ ਬਹੁਤਾ ਕਰ ਲਓ, ਫਿਰ ਉਹ ਕਰਜ਼ਾ ਲੈਣਾ ਨਹੀਂ, ਫਿਰ ਸਾਰੀ ਉਮਰ ਦੁਖੀ ਹੋਈ ਜਾਓ। ਇਹ ਮਨੁੱਖ ਦੋ ਕਾਰਨਾਂ ਕਰਕੇ ਦੁਖੀ ਹੁੰਦਾ। ਇੱਕ ਤਾਂ ਦੁਨੀਆ ਵੱਲ ਵੇਖਦਾ, ਦੂਜਾ ਕੁਲ ਕੀ ਕਾਨ, ਵੀ ਕੁਲ ਨੂੰ ਲਾਜ ਨਾ ਲੱਗੇ। ਆਹ ਜਿਹੜੇ ਵਿਆਹ ਸ਼ਾਦੀਆਂ ਮਰਨਿਆਂ ਪਰਨਿਆਂ 'ਤੇ ਇੰਨਾ ਖਰਚਾ ਕਰਦੇ ਨੇ, ਅਖੀਰ ਨੂੰ ਇਹੀ ਦੇਖੋ ਹਰਾਮ ਦੀ ਕਮਾਈ ਹੈ ਕੋਲ, ਜਿਹੜਾ ਮਰਜ਼ੀ ਖਰਚ ਕਰ ਜਾਓ। 10 ਦੀ ਕਿਰਤ ਦੇ ਵਿੱਚੋਂ ਵਿਆਹਾਂ 'ਤੇ ਮਰਗ 'ਤੇ ਲੱਖਾਂ ਰੁਪਏ ਖਰਚ ਕਰਨਾ ਮੂਰਖਤਾ ਹੁੰਦੀ ਹੈ। ਲੋਕ ਮੂਰਖ ਹੋਣ ਕਰਕੇ ਫਿਰ ਕਰਜ਼ਾ ਚੜ੍ਹਾ ਲੈਂਦੇ ਨੇ। ਉਹ ਫਿਰ ਉਤਰਦਾ ਨਹੀਂ ਹੈ, ਉਹਨੇ ਤਾਂ ਵਧੀਆ ਜਾਣਾ ਅਤੇ ਵਧੀਆ ਜਾਣਾ। ਮੈਂ ਜਦੋਂ 11ਵੀਂ 'ਚ ਇਕਨੋਮਿਕਸ ਲਈ, ਮੈਨੂੰ ਉਹਦੇ ਵਿੱਚ 3-4 ਗੱਲਾਂ ਬੜੀਆਂ ਵਧੀਆ ਲੱਗੀਆਂ। ਇੱਕ ਉਹ 'ਚ ਲਿਖਿਆ ਕਿ ਪੈਸਾ ਉੱਥੇ ਲਾਓ ਜਿੱਥੇ ਰਿਟਰਨ ਆਵੇ। ਜਿੱਥੇ ਤੈਨੂੰ ਵਾਪਸ ਕੁਛ ਮਿਲਣਾ ਹੀ ਨਹੀਂ, ਉਸ ਪੈਸਾ ਲਾ ਕੇ ਕੀ ਕਰੋਗੇ। ਉਦਾਹਰਨ ਦਿੱਤੀ, ਤੁਸੀਂ ਮੱਝ ਖਰੀਦੀ ਹੈ, ਕਰਜ਼ਾ ਲੈ ਕੇ ਮੱਝ ਲਈ। ਹੁਣ ਜੇ ਉਹਦਾ ਦੁੱਧ ਵੇਚਣਾ ਸ਼ੁਰੂ ਕਰੋਗੇ ਤਾਂ ਕਰਜ਼ੇ ਦੀ ਕਿਸ਼ਤ ਲਾ ਹੀ ਜਾਓਗੇ। ਇੱਕ ਦਿਨ ਆਏਗਾ ਕਰਜ਼ਾ ਖਤਮ ਹੋ ਜਾਏਗਾ, ਬਾਕੀ ਮੱਝ ਤੁਹਾਡੀ ਰਹਿ ਗਈ। ਜੇ ਤੁਸੀਂ ਕਰਜ਼ਾ ਮੱਝ ਲਈ ਲਿਆ ਅਤੇ ਕੰਮ ਕੋਈ ਖਰਚ ਕਾਸੇ ਹੋਰ 'ਤੇ ਦਿੱਤਾ, ਤਾਂ ਕਰਜ਼ਾ ਰੱਥੇਗਾ ਹੀ ਨਹੀਂ, ਉਹ ਵੱਧਦਾ ਜਾਏਗਾ। ਕਹਿੰਦੇ ਪੈਸਾ ਉੱਥੇ ਇਨਵੈਸਟ ਕਰੋ ਜਿੱਥੇ ਰਿਟਰਨ ਆਉਣੀ ਹੈ।
ਵਿਆਹ ਸ਼ਾਦੀ 'ਤੇ ਪੈਸਾ ਲਾਤਾ, ਰਿਟਰਨ ਦਾ ਕੋਈ ਹੈ ਨਹੀਂ। ਮਰਗ ਤੇ ਭੋਗ 'ਤੇ ਪੈਸਾ ਲਾਤਾ, ਕੋਈ ਰਿਟਰਨ ਨਹੀਂ ਹੈ। ਇਸ ਲਈ ਫਿਰ ਇਹ ਮਨੁੱਖ ਤਾਂ ਹੀ ਗਰੀਬ ਹੁੰਦਾ ਹੈ। ਮਨੁੱਖ ਆਪਣੀ ਮੂਰਖਤਾ ਕਾਰਨ, ਆਪਣੀ ਹਉਮੈ ਕਾਰਨ, ਲੋਕ ਵਿਖਾਵੇ ਕਾਰਨ ਇਹ ਗਰੀਬ ਹੋ ਜਾਂਦਾ ਹੈ। ਸੋ ਹਾਂ ਜੀ, ਕੁਲ ਦਾ ਖਿਆਲ ਰੱਖਣਾ ਜੀ, ਵੀ ਤੇਰੀ ਸਮਰੱਥਾ ਹੀ ਨਹੀਂ ਹੈਗੀ, ਤੂੰ ਰੀਸਾਂ ਕਰਦਾ। ਰੀਸਾਂ ਕਰੇ ਤਨਾੜੀਆਂ ਜੋ ਸੇਵੇਂ ਦਰਖੜੀਆਂ, ਰੀਸਾਂ ਉਹਨਾਂ ਦੀਆਂ ਕਰਦਾ, ਸਮਰੱਥਾ ਹੈ ਨਹੀਂ। ਇਸ ਲਈ ਮਨੁੱਖ ਦੁਖੀ ਹੁੰਦਾ ਰਹਿੰਦਾ। ਜਦੋਂ ਵੀ ਅਸੀਂ ਆਪਣੀ ਚਾਦਰ ਤੋਂ ਵੱਧ ਪੈਰ ਪਸਾਰਾਂਗੇ, ਅਸੀਂ ਦੁਖੀ ਹੋਵਾਂਗੇ ਹੀ ਹੋਵਾਂਗੇ। ਮਰਗ ਦਾ ਭੋਗ ਪਿਆ ਇੱਥੇ। ਅਸੀਂ ਜੀ ਗਰੀਬ ਹੁੰਦੇ ਹਾਂ ਜੀ, ਕੋਈ ਛੱਡ ਦਿਓ ਜੀ। ਆਏ ਪਹਿਲਾਂ ਅਸੀਂ 5100 ਲੈਂਦੇ ਹਾਂ, ਮੈਂ ਭਾਈ ਤੁਸੀਂ ਗਰੀਬ ਹੋ, 3100 ਦੇ ਦਿਓ। ਹੁਣ ਮੈਨੂੰ ਵੀ ਕਿਹਾ ਲੰਗਰ ਛਕਿਓ ਜੀ। ਜਦੋਂ ਮੈਂ ਲੰਗਰ ਛਕਣ ਗਿਆ, ਉੱਥੇ 3 ਪ੍ਰਕਾਰ ਦੀ ਸਵੀਟ ਡਿਸ਼। ਅੱਛਾ, ਕਹਿੰਦੇ ਅਸੀਂ ਗਰੀਬ ਹਾਂ, 500-600 ਬੰਦਾ ਸੱਦਿਆ ਹੋਇਆ ਹੈ। ਮੈਂ ਹੁਣ ਬਾਅਦ ਸੱਦ ਲਿਆ, ਮੇਰੇ ਵੀ 2000 ਹੋਰ ਦਿਓ ਜੀ। ਮੈਂ ਤੁਸੀਂ ਝੂਠ ਬੋਲੇ ਗੁਰਦੁਆਰੇ 'ਚ ਬੈਠ ਕੇ। ਮੈਂ ਗੁਰਦੁਆਰੇ 'ਚ ਬੈਠਾ ਸੀ, ਤੁਸੀਂ ਅੱਗੇ ਝੂਠ ਬੋਲੇ ਅਸੀਂ ਗਰੀਬ ਹਾਂ ਜੀ, ਸਾਨੂੰ ਕੋਈ ਛੱਡੋ ਹੈ। ਅਤੇ ਤੁਸੀਂ ਤਾਂ ਇੰਨਾ ਖਰਚਾ ਕੀਤਾ, ਤੁਸੀਂ ਕੋਈ ਗਰੀਬ ਗਰੂਬ ਨਹੀਂ, ਮੇਰੇ ਬਾਕੀ 2000 ਦਿਓ। ਇਸ ਤਰ੍ਹਾਂ ਕਰਦੇ ਨੇ ਲੋਕ ਵੀ ਹਾਂ ਜੀ, ਨੱਕ ਨਹੀਂ ਰਹਿਣਾ ਸਮਾਜ 'ਚ, ਫਲਾਣਾ ਨੇ ਕੋਈ ਨੱਕ ਨੁੱਕ ਤੁਹਾਡਾ ਵੜਦਾ ਹੈ। 4-5 ਬੰਦੇ ਲਿਜਾਓ, ਵਿਆਹ ਕਰ ਲਓ, ਤੇ ਜ਼ਰੂਰੀ ਪੈਲਸ ਕਰਨੇ ਨੇ। ਔਰ ਇਹਨਾਂ ਕਹੋ ਜੀ ਅਸੀਂ ਤਾਂ ਤੁਹਾਡੇ ਆਵਾਂਗੇ, ਸਾਨੂੰ ਡਰਾਇੰਗ ਰੂਮ 'ਚ ਬਿਠਾਇਓ, ਲੋੜ ਨਹੀਂ ਘਰ ਜਾਣ ਦੀ, ਵੀ ਅਸੀਂ ਸਿੱਧਾ ਗੁਰਦੁਆਰੇ ਆਵਾਂਗੇ ਜੀ, ਉੱਥੇ ਹੀ ਚਾਹ ਪਾਣੀ ਪੀਵਾਂਗੇ, 5 ਬੰਦੇ ਅਸੀਂ ਆਵਾਂਗੇ, ਉਸੇ ਵੇਲੇ ਚਾਹ ਪਾਣੀ ਵੇਲੇ ਲਾਵਾਂ ਦਿਓ ਸਾਨੂੰ, ਅਸੀਂ ਤੁਹਾਡੀ ਰੋਟੀ ਕੋਈ ਨਹੀਂ ਖਾਣੀ, ਅਸੀਂ ਆਪਣੇ ਘਰ ਜਾ ਕੇ ਖਾਵਾਂਗੇ, ਬਸ ਜਾਣਾ ਨਿਬੜਿਆ ਕੰਮ। ਜਿਵੇਂ ਸਾਡੇ ਇੱਕ ਰਿਸ਼ਤੇਦਾਰ ਸਨ, ਉਹਨਾਂ ਸਾਹਿਬ ਕਿਹਾ ਦੇਖੋ ਜੀ ਸਾਡੇ ਕੋਲ ਕੁੜੀ ਹੈਗੀ, ਅਸੀਂ ਕੁਛ ਨਹੀਂ ਦੇ ਸਕਦੇ ਹਾਂ, ਵੀ ਐਵੇਂ ਤੁਹਾਨੂੰ ਕਹੀਏ 3 ਕੱਪੜੇ ਲਿਜਾਣੀ ਹੋਏਗੀ, ਵੀ ਤੁਸੀਂ 11 ਬੰਦੇ ਆ ਜਾਓ ਬਰਾਤ 'ਚ, ਵੀ ਫਲਾ। ਉਹ ਕਹਿੰਦੇ ਸੁਣੋ ਜੀ, ਸਾਨੂੰ ਕੁਛ ਨਹੀਂ ਚਾਹੀਦਾ, ਤੁਸੀਂ ਸਾਡੇ ਲਈ ਕੋਈ ਹੋਟਲ ਨਹੀਂ ਕਰਨਾ, ਅਸੀਂ ਸਿੱਧੇ ਗੁਰਦੁਆਰੇ ਆਵਾਂਗੇ, ਉੱਥੇ ਸਾਨੂੰ ਚਾਹ ਪਾਣੀ ਤੁਸੀਂ ਪਿਲਾ ਦੇਣਾ, ਨਾਲ ਦੀ ਨਾਲ ਆਨੰਦ ਕਾਰਜ ਦਾ ਪ੍ਰਬੰਧ ਰੱਖਣਾ ਹੈ। ਅਸੀਂ ਦੁਪਹਿਰ ਦੀ ਰੋਟੀ ਆਪਣੇ ਘਰ ਜਾ ਕੇ ਖਾਵਾਂਗੇ, ਸਾਡਾ ਕੋਈ ਘਰ ਦੂਰ ਨਹੀਂ, ਤੋਂ 15-20 ਕਿਲੋਮੀਟਰ, ਅਸੀਂ ਉਹਦੀ ਲੈ ਜਾਵਾਂਗੇ। ਕੁਛ ਵੀ ਨਹੀਂ, ਬਸ ਆਏ 11 ਬੰਦੇ ਆਏ, ਵਿਆਹ ਹੋਇਆ, ਲੜਕੀ ਲੈ ਕੇ ਚਲੇ ਗਏ। ਪਿੱਛੇ ਜੇ ਮੈਨੂੰ ਲੜਕੀ ਮਿਲੀ, ਹਾਂ ਕਹਿੰਦੇ ਬਹੁਤ ਵਧੀਆ ਨੇ ਜੀ। ਮੈਂ ਕੀ ਹਾਲ? ਕਹਿੰਦੇ ਬਹੁਤ ਵਧੀਆ ਨੇ ਜੀ, ਮੈਂ ਬੜੀ ਖੁਸ਼ ਹਾਂ ਜੀ। ਸੋ ਇਹ ਲੋਗਨ ਕੀ ਕਾਨ, ਕੁਲ ਕੀ ਕਾਨ, ਦੁਨੀਆ ਦੇ ਦੁੱਖ ਉਂਝ ਹੀ ਦੁਖੀ ਹੋ ਜਾਣਾ ਵਾਧੂ ਦਾ ਹੀ ਹੈ। ਨੱਕ ਨਮੂਜ ਨਹੀਂ ਰਹਿੰਦਾ ਜੀ, ਹੋਰ ਨਾਲ ਕੁਛ ਨਹੀਂ ਰਹਿੰਦਾ। ਬੀਬੀ ਜਦੋਂ ਸਵਰਗਵਾਸ ਹੋਏ, ਮੈਂ ਬੀਬੀ ਸੱਦਣੀ ਸੇਵਾ ਕਰਦੇ, ਮੈਂ ਜੀ ਵੀ ਜਿਹਨਾਂ ਸੰਗਤ ਦੇ ਆਉਣ ਤੋਂ ਪਹਿਲਾਂ ਨਹਾ ਧਵਾ ਦਿਓ, ਇਸ਼ਨਾਨ ਕਰਾ ਦਿਓ। ਕਈ ਕੱਪੜੇ ਕਿਹੜੇ ਪਾਉਣੇ? ਮੈਂ ਕਫਨ ਨਹੀਂ ਪਾਉਣਾ, ਆਹ ਸੂਟ ਇਹਨਾਂ ਦੇ ਪਏ ਨੇ, ਜਿਹੜਾ ਮਰਜ਼ੀ ਤੁਹਾਡੇ ਪਾ ਦਿਓ। ਕਹਿੰਦੇ ਅਸੀਂ ਰੰਗਦਾਰ ਪਾਵਾਂਗੀਆਂ ਕਿਉਂਕਿ ਸੁਹਾਗਣ ਗਈ ਹੈ। ਮੈਂ ਤੁਹਾਡੀ ਆਪਣੀ ਮਰਜ਼ੀ, ਚਿੱਟੇ ਪਏ ਰਹਿੰਦੇ। ਮੈਨੂੰ ਨਹੀਂ ਕਿਸੇ ਨੇ ਕਿਹਾ ਬਾਬਾ ਜੀ ਤੁਸੀਂ ਆਪਣੀ ਘਰ ਦੇ ਕੱਪੜ ਨਹੀਂ ਪਾਇਆ, ਅੱਜ ਤੱਕ ਨਹੀਂ ਕਿਸੇ ਨੇ ਕਿਹਾ। ਉਂਝ ਹੀ ਬੰਦਾ ਕੋਈ ਘੜਾ ਚੱਕੀ ਜਾਂਦਾ ਜੀ, ਰਾਹ ਤੋੜਦਾ ਜੀ। ਹਾਂ ਉਹ ਭਲੇ ਮਾਨਸ, ਜਿੱਦੇ ਉਹ ਮਰ ਗਏ ਸੰਬੰਧ ਤੇ ਉਦੋਂ ਹੀ ਟੁੱਟ ਗਏ। ਕੋਈ ਉੱਥੇ ਮੜੀ ਜਿਹੇ ਡੱਕੇ ਤੋੜ ਰਿਹਾ ਹੁੰਦਾ, ਤੀਲੇ ਤੋੜ ਸੁੱਟਦੇ ਵੀ ਹਾਂ ਅੱਜ ਤਾਂ ਤੇਰਾ ਸੰਬੰਧ ਖਤਮ। ਉਹ ਤਾਂ ਜਦੋਂ ਮੇਰਾ ਸੰਬੰਧ ਤਾਂ ਉਦੋਂ ਹੀ ਖਤਮ ਹੋ ਗਿਆ ਹੈ। ਫਿਰ ਮੈਨੂੰ ਕਹਿੰਦੇ ਵੀ ਲੰਗਰ ਲਾਉਣਾ, ਮੈਂ ਲਾਉਣਾ। ਮੈਂ ਰਾਮਦਾਸ ਨੂੰ ਕਹੇ 100 ਕੋਈ ਰਿਸ਼ਤੇਦਾਰ ਆਵੇਗਾ, 150 ਦਾ ਲੰਗਰ ਤਿਆਰ ਕਰ ਲਓ ਤੁਸੀਂ, ਬਾਕੀ ਇੱਥੇ ਲੋਕਲ ਸੰਗਤ ਹੋਵੇਗੀ। ਘੰਟੇ ਦਾ ਕੁੱਲ ਪ੍ਰੋਗਰਾਮ 12 ਤੋਂ 1। ਮੈਂ ਬਾਕੀ ਮੈਨੂੰ ਪਤਾ ਨਹੀਂ, ਮੈਂ ਮੰਨ ਲਓ 1000 ਬੰਦੇ ਦਾ ਪ੍ਰਬੰਧ ਕਰ ਲਾਂ, ਬੰਦਾ ਅੱਜ 1200-1300,
ਉਹ ਲੰਗਰ ਪੂਰਾ ਨਹੀਂ ਹੋਣਾ, ਤਾਂ ਵੀ ਬੇਸਵਾਦੀ। ਮੈਂ 1000 ਦਾ ਲੰਗਰ ਕਰਾਂ, ਆਣ ਸੰਗਤ ਆਵੇ 800, ਉਹ 200 ਦਾ ਬਚ ਗਿਆ, ਤਾਂ ਵੀ ਬੇਸਵਾਦੀ। ਮੈਂ ਨਹੀਂ ਲੰਗਰ ਕਰਨਾ। ਬੱਚਿਆਂ ਨੇ ਠੰਡੇ ਪਾਣੀ ਦੀ ਛਬੀਲ ਲਾਤੀ, ਜਾਂਦੇ ਹੋਏ ਅਸੀਂ ਚਾਹ ਕੇ ਪਏ, ਜਿੰਨੇ ਉੱਠੇ ਆਪਣਾ ਚਾਹ ਪਾਣੀ ਪੀ ਕੇ ਜਾ ਨਿਬੜੇ ਹੋਏ ਕੰਮ। ਮੈਨੂੰ ਨਹੀਂ ਕਿਸੇ ਨੇ ਮੁੜ ਕੇ ਕਿਹਾ ਬਾਬਾ ਜੀ ਤੁਸੀਂ ਲੰਗਰ ਨਹੀਂ ਲਾਇਆ ਜੀ। ਮੈਨੂੰ ਅੰਦਾਜ਼ਾ ਹੀ ਕੋਈ ਨਹੀਂ ਵੀ ਕਿੰਨੀ ਸੰਗਤ ਆ ਜੇ। ਘਟ ਗਿਆ ਤਾਂ ਵੀ ਬੇਸਵਾਦੀ ਹੁੰਦੀ ਹੈ, ਵੱਧ ਗਿਆ ਤਾਂ ਖਰਾਬ ਹੁੰਦਾ ਹੈ। ਸੋ ਇਹ ਲੋਕਾਂ ਦਾ ਨਹੀਂ ਖਿਆਲ ਰੱਖੀ ਜਾਂਦਾ, ਖਾਨਦਾਨ ਦਾ ਨਹੀਂ ਖਿਆਲ ਰੱਖੇ, ਹਾਂ ਜੀ ਨੱਕ ਨਬੂਜ ਨਹੀਂ ਰਹਿੰਦਾ ਜੀ, ਫਲਾਣਾ ਨਹੀਂ ਰਹਿੰਦਾ ਹੈ। ਕਬੀਰ ਸਾਹਿਬ ਕਹਿੰਦੇ ਇਸੇ ਲਈ ਬੰਦਾ ਦੁਖੀ ਹੋ ਰਿਹਾ ਹੈ। ਕਬੀਰ ਦੁਨੀਆ ਕੇ ਦੋਖੇ ਮੂਆ ਚਾਲ ਤੇ ਕੁਲ ਕੀ ਕਾਨ। ਕੋਲ ਨੂੰ ਵੀ ਲਾਜ ਨਾ ਲੱਗੇ ਜੀ। ਦੁਨੀਆ ਜਿਹੜਾ ਹੈ ਇਹ ਨਾ ਕਹਿ ਵੀ ਤਾਂ ਇਹੋ ਜਿਹੇ ਦੁਨੀਆ ਕਰਕੇ ਕੁਲ ਕਰਕੇ ਬੰਦਾ ਦੁਖੀ ਹੋਈ ਜਾ ਰਿਹਾ। ਫਿਰ ਕਬੀਰ ਸਾਹਿਬ ਕਹਿੰਦੇ ਤਬ ਕੁਲ ਕਿਸ ਕਾ ਲਾਜ ਸੀ ਜਬ ਲੈ ਧਰੈ ਮਸਾਨ। ਜਦੋਂ ਹੈ ਇਨਸਾਨ ਤੈਨੂੰ ਚੱਕ ਕੇ ਮੜੀਆਂ 'ਚ ਲੈ ਜਾਣਗੇ ਨਾ, ਫਿਰ ਕਿਹਦੀ ਕੁਲ ਨੂੰ ਲਾਜ ਲੱਗੇਗੀ। ਇੱਥੋਂ ਜਾਣੇ ਹੀ ਜਾਣਾ। ਇਸ ਲਈ ਕਹਿੰਦੇ ਆਪਣੀ ਕੁਲਾ ਕਲਾਂ ਦਾ ਖਿਆਲ ਛੱਡੋ। ਸਾਡੀ ਜ਼ਿੰਦਗੀ ਬੜੀ ਸੌਖੀ ਹੋ ਸਕਦੀ ਹੈ ਜੇ ਅਸੀਂ ਥੋੜ੍ਹੇ ਜਿਹੇ ਵੀ ਸਿਆਣੇ ਹੋ ਜਾਈਏ, ਕਿਉਂਕਿ ਅਸੀਂ ਸਿਆਣੇ ਨਹੀਂ, ਲੋੜ ਤੋਂ ਵੱਧ ਖਰਚਾ ਕਰਦੇ ਹਾਂ, ਫਿਰ ਮਗਰੋਂ ਸਾਰੀ ਉਮਰ ਦੁਖੀ ਹੁੰਦੇ ਰਹਿੰਦੇ। ਮੈਂ ਕਈ ਵਾਰੀ ਕਹਿੰਦਾ ਲੜਕੇ ਜੇ ਤੁਸੀਂ ਮੰਨਦੇ ਨਹੀਂ ਨਾ ਹੈਗੇ, ਅਸੀਂ ਵਿਆਹ ਕਰਦੇ, ਉਹ ਆਪੇ ਹੀ ਕਰਾ ਲੈਂਦੇ ਨੇ, ਝੋਨੇ ਨਿਬੜਿਆ, 2 ਹੀ ਗਏ ਕੋਰਟ 'ਚ, ਤੁਹਾਡਾ ਸਾਰਾ ਦੋਨਾਂ ਪਾਸੇ ਦਾ ਖਰਚਾ ਲੱਖਾਂ ਰੁਪਈਏ ਬਚ ਗਿਆ। ਮਗਰ ਧੰਨਵਾਦ ਕਰਨਾ, ਭਾਵੇਂ ਰੁੱਸ ਜੋ ਮਹੀਨੇ ਕੁ ਲਈ, ਮਗਰ ਤਾਂ ਪਤਾ ਹੀ ਜਵਾਕਾਂ ਨੂੰ ਹੀ ਪਤਾ ਵੀ ਐਵੇਂ ਨੇ ਮਤਲਬ ਸਾਦੀ ਲੈਣਾ ਘਰ, ਹੁਣ ਹੀ ਐਂ ਕਰਦੇ ਨੇ। ਕਈਆਂ ਤਾਂ ਮੈਂ ਹੀ ਕਹਿ ਦਿੰਦਾ ਹੁੰਦਾ, ਜੇ ਜਿੱਦ ਕੇ ਮੈਂ ਕੋਈ ਗੱਲ ਨਹੀਂ ਜੀ, ਤੁਸੀਂ ਉਹਨੂੰ ਕਹੋ ਦੇਖੋ ਭਾਈ ਜੇ ਤੁਸੀਂ ਜ਼ਰੂਰ ਕਰਾਉਣਾ ਆਪਣਾ ਕੋਰਟ ਮੈਰਿਜ ਕਰਾ ਲਓ, ਅਸੀਂ ਤਾਂ ਕਰਨਾ ਪਿਆ ਨਾ, ਅਸੀਂ ਸਹਿਮਤ ਨਹੀਂ ਇਸ ਵਿਆਹ ਨਾਲ, ਪਰ ਅਸੀਂ ਤੁਹਾਡੇ ਟੰਗਾਂ ਵੀ ਨਹੀਂ ਅੜਾਉਂਦੇ, ਤੁਸੀਂ ਆਪਣਾ ਕਰਾ ਲਓ। ਚਲ ਮੈਂ ਕੋਰਟ ਮੈਰਿਜ ਕਰਾ ਲੈਣਗੇ, ਮਹੀਨੇ ਕੁ ਬਾਅਦ ਸੱਦ ਲਓ ਉਹਨਾਂ ਨੂੰ। ਤੁਹਾਡੇ ਦੋਨਾਂ ਧਿਰਾਂ ਦਾ ਕਈ ਲੱਖ ਰੁਪਈਏ ਬਚ ਗਏ, ਵਾਧੂ ਜ਼ਰੂਰੀ ਖਰਚੇ ਕਰਨੇ। ਸੋ ਮਨੁੱਖ ਇਸ ਲਈ ਹੀ ਦੁਖੀ ਹੋ ਰਿਹਾ ਹੈ ਕਿ ਜੇ ਤੈਨੂੰ ਚੱਕ ਕੇ ਮੜੀਆਂ 'ਚ ਲੈ ਜਾਣਗੇ, ਫਿਰ ਕਿਹਦੀ ਕੁਲ ਨੂੰ ਲਾਜ ਲੱਗੇਗਾ। ਅੱਗੇ ਕਬੀਰ ਸਾਹਿਬ ਕਹਿੰਦੇ ਕਬੀਰ ਡੂਬਹਿ ਗੋਰੇ ਬਾਪਰੇ ਬਹੁ ਲੋਗਨ ਕੀ ਕਾਨ। ਪਾਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਨ। ਬਾਪਰੇ ਮਨੇ ਹੈ ਵਿਚਾਰੇ ਇਨਸਾਨ, ਬਹੁਤ ਲੋਗਨ ਕੀ ਕਾਣ। ਜਿਵੇਂ ਦੂਜੇ ਲੋਕ ਕਰਦੇ ਨੇ, ਜੇ ਤੂੰ ਉਸ ਤਰ੍ਹਾਂ ਕਰਨ ਲੱਗਾ ਨਾ ਤੂੰ ਡੁੱਬ ਜਾਏਗਾ, ਪਾ ਬਰਬਾਦ ਹੋ ਜਾਏਗਾ। ਨਕਲਾਂ ਨਹੀਂ ਕਰੀਦੀਆਂ, ਰੀਸਾਂ ਨਹੀਂ ਕਰੀਦੀਆਂ, ਆਪਣਾ ਵੇਖੀ, ਆਪਣੀ ਸਮਰੱਥਾ ਵੇਖੀ ਦੀ ਹੈ। ਹੁਣ ਪਟਿਆਲੇ 'ਚ ਹੀ ਪੈਲਸ ਨੇ, ਕੋਈ 3 ਲੱਖ ਦਾ, ਕੋਈ 5 ਲੱਖ ਦਾ, ਕੋਈ 7 ਲੱਖ ਵਾਲਾ, ਕੋਈ 11-12 ਲੱਖ ਵਾਲੇ ਵੀ ਹੋਣਗੇ। ਅਸੀਂ ਆਪਣੀ ਸਮਰੱਥਾ ਵੇਖਣੀ ਹੈ ਕਿ ਅਸੀਂ 3 ਲੱਖ ਪੈਲਸ ਵਾਲੇ ਕਿ 11 ਲੱਖ ਪੈਲਸ ਵਾਲੇ ਹਨ। ਕਿਸੇ ਦੇ ਰੀਸਾਂ ਕਰਾਂਗੇ, ਦੂਜਿਆਂ ਦੀ ਨਕਲਾਂ ਕਰਾਂਗੇ, ਫਿਰ ਦੁਖੀ ਹੋਵਾਂਗੇ। ਇਹ ਇਨਸਾਨ ਜੇ ਤੂੰ ਬਹੁਤ ਲੋਗਨ ਕੀ ਕਾਨ, ਜੇ ਦੂਜੇ ਲੋਕਾਂ ਦਾ ਖਿਆਲ ਰੱਖੇ ਨਾ ਤੂੰ, ਫਿਰ ਡੁੱਬ ਜਾਏਗਾ, ਬਰਬਾਦ ਹੋ ਜਾਏਗਾ। ਪੜੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਨ। ਅੱਜ ਜੋ ਤੇਰੇ ਪੜੋਸੀ ਨਾਲ ਹੋ ਰਿਹਾ ਹੈ ਉਹ ਤੇਰੇ ਨਾਲ ਵੀ ਹੋ ਸਕਦਾ, ਤੁਸੀਂ ਇਸ ਗੱਲ ਨੂੰ ਜਾਣ ਲੈ। ਨਾ ਪੜੋਸੀ ਰਹਿ ਸਦਾ, ਨਾ ਤੂੰ ਰਹਿਣਾ, ਇੱਥੋਂ ਤੁਰ ਜਾਣਾ ਸਭ ਨੇ। ਜੋ ਦੂਸਰੇ ਨਾਲ ਬੀਤਿਆ ਹੈ ਉਸ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਜੋ ਅੱਜ ਇਹਦੇ ਨਾਲ ਬੀਤਿਆ ਕੱਲ੍ਹ ਨੂੰ ਇਹੀ ਮੇਰੇ ਨਾਲ ਬੀਤ ਸਕਦਾ ਹੈ। ਇਹ ਬੀਤ ਸਕਦਾ। ਜਿਵੇਂ ਕਿ ਰਾਜਾ ਸੀ, 24-25 ਸਾਲ ਦਾ ਬਿਲਕੁਲ ਨੌਜਵਾਨ, ਪਿਤਾ ਦੇ ਮਰਨ ਤੋਂ ਬਾਅਦ ਰਾਜਾ ਬਣ ਗਿਆ। ਕੁਝ ਸਾਲਾਂ 'ਚ ਦੂਰ ਦੂਰ ਦੀ ਪ੍ਰਸਿੱਧੀ ਹੋ ਗਈ, ਬਹੁਤ ਵਧੀਆ ਰਾਜਾ ਜੀ, ਲੋਕ ਬੜੇ ਖੁਸ਼ ਹੈ। ਕੁਝ ਰਾਜੇ ਨੇ ਸਲਾਹ ਕੀਤੀ, ਯਾਰ ਪਤਾ ਤੇ ਕਰੀਏ, ਇਹ ਬੰਦ ਕਰੋ ਜੀ, ਹੇਠੋਂ ਹੀ ਬੰਦ ਕਰਕੇ ਆਇਆ ਕਰੋ। ਉਹਨਾਂ ਨੇ ਸਲਾਹ ਕੀਤੀ ਵੀ ਪਤਾ ਤੇ ਕਰੀਏ ਵੀ ਇਹ ਕਿਵੇਂ ਬੱਲੇ ਬੱਲੇ ਦੀ ਹੋ ਗਈ ਹੈ। ਉਹਦੇ ਕੋਲੇ ਆ ਗਏ,
ਚਲੋ ਗੱਲਬਾਤ ਹੋਈ, ਖਾਧਾ ਪੀਤਾ। ਉਹ ਕਹਿੰਦਾ ਹਾਂਜੀ ਕਿਵੇਂ ਆਏ ਹੋ? ਕਹਿੰਦੇ ਭਾਈ ਤੇਰਾ ਨਾਂ ਬੜਾ ਹੋ ਗਿਆ ਕੁਝ ਸਾਲਾਂ 'ਚ, ਜਿਹੜੇ ਤੇਰੇ ਦੇਸ਼ ਦੇ ਲੋਕ ਨੇ ਤੇਰੀ ਬੜੀ ਵਡਿਆਈ ਕਰਦੇ ਬਾਹਰ ਜਾ ਕੇ। ਤੂੰ ਐਸਾ ਕੀ ਕੀਤਾ ਵੀ ਤੂੰ ਐਡੀ ਛੇਤੀ ਕਾਮਯਾਬ ਹੋ ਗਏ? ਉਹ ਕਹਿੰਦਾ ਦੇਖੋ 3 ਪ੍ਰਕਾਰ ਦੇ ਲੋਕ ਹੁੰਦੇ ਨੇ ਸੰਸਾਰ 'ਚ। ਇੱਕ ਉਹ ਹੁੰਦੇ ਨੇ ਜਿਹੜੇ ਦੂਜਿਆਂ ਦੀਆਂ ਗਲਤੀਆਂ ਤੋਂ ਸਿੱਖਦੇ ਨੇ, ਵੀ ਇਹਨੇ ਗਲਤੀ ਕੀਤੀ, ਜੇ ਮੈਂ ਇਹੀ ਗਲਤੀ ਮੈਂ ਕੀਤੀ ਮੈਂ ਬਰਬਾਦ ਹੋ ਜਾਵਾਂਗਾ। ਦੂਸਰੇ ਪ੍ਰਕਾਰ ਦੇ ਉਹ ਲੋਕ ਹੁੰਦੇ ਨੇ ਆਪ ਗਲਤੀ ਕਰਦੇ ਨੇ, ਫਿਰ ਉਸ ਗਲਤੀ ਤੋਂ ਸਿੱਖਦੇ ਨੇ। ਤੀਜੇ ਪ੍ਰਕਾਰ ਦੇ ਉਹ ਲੋਕ ਹੁੰਦੇ ਨੇ ਗਲਤੀਆਂ ਕਰਦੇ ਰਹਿੰਦੇ ਨੇ ਪਰ ਕੋਈ ਸਿੱਖਿਆ ਨਹੀਂ ਲੈਂਦੇ। ਵਾਕਈ 3 ਪ੍ਰਕਾਰ ਦੇ ਨੇ। ਕਈ ਲੋਕ ਵਾਰੀ ਵਾਰੀ ਗਲਤੀਆਂ ਕਰਦੇ, ਕੋਈ ਸਿੱਖਿਆ ਨਹੀਂ ਲੈਂਦੇ। ਕਈ ਗਲਤੀ ਕਰਦੇ ਨੇ ਫਿਰ ਉਸ ਤੋਂ ਸਿੱਖਿਆ ਲੈ ਲੈਂਦੇ ਨੇ। ਕਈ ਦੂਜੇ ਗਲਤੀ ਕਰਦੇ ਉਸ ਤੋਂ ਸਿੱਖਿਆ ਲੈ ਲੈਂਦੇ ਨੇ। ਕਹਿੰਦਾ ਮੈਂ ਪਹਿਲੇ ਪ੍ਰਕਾਰ ਦਾ ਬੰਦਾ, ਮੈਂ ਦੇਖਿਆ ਇਤਿਹਾਸ ਪੜ੍ਹ ਕੇ ਵੀ ਫਲਾਣੇ ਰਾਜੇ ਨੇ ਆਹ ਗਲਤੀ ਕੀਤੀ, ਉਹਦਾ ਰਾਜ ਜਾਂਦਾ ਰਿਹਾ। ਫਲਾਣੇ ਰਾਜੇ ਨੇ ਆਹ ਗਲਤੀ ਕੀਤੀ, ਉਹ ਲੋਕ ਉਹਦੇ ਉਲਟ ਹੋ ਗਏ। ਫਲਾਣੇ ਰਾਜੇ ਨੇ ਆਹ ਕੀਤੀ, ਕਹਿੰਦੇ ਮੈਂ ਉਹ ਗਲਤੀ ਹੀ ਨਹੀਂ ਕਰਦਾ, ਇਸ ਲਈ ਮੇਰਾ ਰਾਜ ਵਧੀਆ ਚੱਲ ਰਿਹਾ, ਇਸ ਲਈ ਵਧੀਆ ਚੱਲ ਰਿਹਾ। ਸੋ ਜੋ ਪੜੋਸੀ ਨਾਲ ਹੋਇਆ ਨਾ, ਕਹਿੰਦੇ ਇਹ ਤੁਹਾਡੇ ਨਾਲ ਵੀ ਹੋ ਸਕਦਾ। ਇਸੇ ਸਿੱਖਿਆ ਲੈ ਲਓ। ਇਹ ਨਹੀਂ ਕਿ ਉਹਦੇ ਨਾਲ ਹੋਇਆ ਮੇਰੇ ਨਾਲ ਨਹੀਂ ਹੋਣਾ। ਮਨੁੱਖ ਇਹ ਸੋਚਦਾ ਹੈ ਵੀ ਉਸ ਨਾਲ ਹੋਇਆ ਮੇਰੇ ਨਾਲ ਨਹੀਂ ਹੋਣਾ। ਕਬੀਰ ਸਾਹਿਬ ਜੋ ਤੇਰੇ ਗੁਆਂਢੀ ਨਾਲ ਹੋਇਆ ਨਾ, ਉਹ ਤੇਰੇ ਨਾਲ ਵੀ ਹੋ ਸਕਦਾ ਹੈ, ਇਸ ਲਈ ਸਾਵਧਾਨ ਹੋ ਜਾ। ਅਸੀਂ ਦੂਜਿਆਂ ਤੋਂ ਸਿੱਖ ਲੈਣਾ, ਬਜਾਏ ਧੱਕੇ ਖਾ ਕੇ ਸਿੱਖੀਏ। ਹੁਣ ਸਾਨੂੰ ਤਾਂ ਸਾਰੀ ਬਾਣੀ ਵੈਸੇ ਸਿਖਾ ਰਹੀ ਹੈ, ਸਾਨੂੰ ਕਿਸੇ ਬੰਦੇ ਤੋਂ ਤਾਂ ਸਿੱਖਣ ਦੀ ਲੋੜ ਹੀ ਨਹੀਂ। ਸਾਨੂੰ ਤਾਂ ਗੁਰੂ ਮਹਾਰਾਜ ਹੀ ਸਿਖਾ ਰਹੇ ਨੇ ਵੀ ਤੂੰ ਆਹ ਇਸ ਤਰ੍ਹਾਂ ਕਰ, ਬਸ ਤੂੰ ਸੁਖੀ ਹੋ ਜਾਏਗਾ। ਇਹ ਬੰਦਾ ਮੰਨਦਾ ਹੀ ਨਹੀਂ। ਹੁਣ ਚੋਰ ਹੈ, ਕੁੱਟ ਖਾਊਗਾ, ਮੈਂ ਦੇਖਿਆ ਕੁੱਟ ਵੀ ਖਾ ਲਈ। ਜੇਲ੍ਹ ਵੀ ਜਾਇਆ, ਜਦੋਂ ਜੇਲ੍ਹ 'ਚ ਬਾਹਰ ਆਉਂਦਾ ਮੁੜ ਕੇ ਫਿਰ ਚੋਰੀਆਂ ਕਰਦਾ, ਫਿਰ ਕਰਦਾ। ਕਿੰਨੇ ਲੋਕ ਨੇ ਜਿਨ੍ਹਾਂ ਕਾਰਨ ਕਰਕੇ ਉਹਨਾਂ ਨੂੰ ਜੇਲ੍ਹ ਹੋਈ, ਵਾਪਸ ਆ ਕੇ ਉਹਨਾਂ ਨੇ ਫਿਰ ਉਹੀ ਕੁਛ ਕਰਨਾ ਸ਼ੁਰੂ ਕਰਤਾ। ਕੁਛ ਨਹੀਂ ਸਿੱਖਿਆ, ਆਪਣੀ ਗਲਤੀ ਦੇ ਕੁਝ ਸਿੱਖੇ ਨਹੀਂ, ਦੂਜੀ ਤੋਂ ਕੀ ਸਿੱਖਣਾ ਸੀ। ਇਸ ਲਈ ਸਾਨੂੰ ਠੀਕ ਹੈ, ਠੋਕਰ ਵੱਜੀ ਹੈ, ਅੱਗੇ ਤੋਂ ਸਾਵਧਾਨ ਹੋ ਜਾਣਾ ਚਾਹੀਦਾ ਹੈ। ਸਿਆਣਪ ਤਾਂ ਇਹੀ ਹੈ। ਨਹੀਂ ਤਾਂ ਫਿਰ ਕਬੀਰ ਸਾਹਿਬ ਕਹਿੰਦੇ ਹਾਥ ਦੀਪ ਕੂਏ ਪਰ, ਹੱਥ ਦੀਵੇ ਖੂਹ 'ਚ ਡਿੱਗ ਰਿਹਾ ਹੈ। ਪਤਾ ਅੱਗੇ ਖੂਹ ਹੈ, ਦਿਸੇ ਦੀਵੇ ਚਾਨਣ ਦਿਸ ਰਹੇ ਖੂਹ ਹੈ, ਫਿਰ ਡਿੱਗ ਰਿਹਾ ਹੈ। ਪਤਾ ਮੈਂ ਮਾੜਾ ਕੰਮ ਕਰ ਰਿਹਾ, ਫਿਰ ਕਰੀ ਜਾ ਰਿਹਾ ਹੈ, ਫਿਰ ਕਰੀ ਜਾ ਰਿਹਾ। ਹੁਣ ਗੁਰੂਆਂ ਕਿੰਨੀ ਵਾਰੀ ਕਹਿੰਦੇ ਭਾਈ ਨਸ਼ੇ ਨਾ ਕਰੋ, ਨਸ਼ੇ ਨਾ ਕਰੋ। ਝੂਠਾ ਮਦ ਮੂਲ ਨਾ ਪੀਚੀ, ਜੋ ਕਾ ਪਾਰ ਵਸਾਏ। ਜਿੱਥੋਂ ਤੱਕ ਵਸ ਚੱਲੇ ਨਸ਼ੇ ਨਹੀਂ ਕਰਨੇ। ਪਰ ਨਹੀਂ, ਇਹ ਮਨੁੱਖ ਕਰ ਰਿਹਾ, ਬਰਬਾਦ ਹੋ ਰਿਹਾ, ਕਰ ਰਿਹਾ, ਬਰਬਾਦ ਹੋ ਰਿਹਾ। ਆਹ ਪੰਜਾਬ ਜਿਹੜਾ ਹੈ ਸ਼ਰਾਬ ਅਤੇ ਨਸ਼ਿਆਂ ਨੇ ਬਰਬਾਦ ਕਰਕੇ ਰੱਖਦਾ ਹੈ। ਇੱਕ ਵਾਰੀ ਬਰਬਾਦ ਹੋਇਆ ਬੰਦਾ ਫਿਰ ਮੁੜ ਕੇ ਪਹਿਲੀ ਹਾਲਤ 'ਚ ਬਹੁਤ ਟਾਈਮ ਲੱਗਦਾ ਹੈ। ਇਹ ਛੇਤੀ ਛੇਤੀ ਪਹਿਲੀ ਹਾਲਤ 'ਚ ਨਹੀਂ ਬੰਦਾ ਆ ਸਕਦਾ, ਇੱਕ ਵਾਰੀ ਬਰਬਾਦ ਹੋਇਆ ਹੋਇਆ। ਦਾਤਾ ਭਲੀ ਕਰੇ, ਸਮਤ ਆਵੇ, ਅਸੀਂ ਸਹੀ ਕਰਮ ਕਰੀਏ, ਸੁਖੀ ਹੋ ਜਾਈਏ। ਕਬੀਰ ਭਲੀ ਮਧੂਕਰੀ, ਨਾਨਾ ਬਿਦ ਕੋ ਨਾਜ, ਦਾਵਾ ਕਾਹੂ ਕੋ ਨਹੀਂ, ਬੜਾ ਦੇਸ ਬੜ ਰਾਜ। ਇਹਨੂੰ ਕਾਹੂ ਪੜ੍ਹਨਾ, ਹਿੰਦੀ ਦਾ ਸ਼ਬਦ ਹੈ। ਜਾਹੂ, ਕਾਹੂ, ਤਾਹੂ 3 ਸ਼ਬਦ ਆਉਂਦੇ ਗੁਰਬਾਣੀ 'ਚ। ਇਹ ਜਾਹੂ, ਕਾਹੂ, ਤਾਹੂ ਨਹੀਂ ਪੜ੍ਹਨਾ। ਕਾਹੂ ਇਹ ਹਿੰਦੀ ਦੇ ਸ਼ਬਦ ਨੇ। ਜਾਹੂ, ਕਾਹੂ, ਤਾਹੂ ਇਹ ਬਿਰਾ ਟਿੱਪੀ ਤੇ ਪੜ੍ਹਨਾ। ਕਬੀਰ ਭਲੀ ਮਧੂਕਰੀ, ਨਾਨਾ ਬਿਦ ਕੋ ਨਾਜ, ਦਾਵਾ ਕਾਹੂ ਕੋ ਨਹੀਂ, ਬੜਾ ਦੇਸ ਬੜ ਰਾਜ। ਮਧੂਕਰੀ ਭਿੱਖਿਆ ਨੂੰ ਕਹਿੰਦੇ ਨੇ।
ਜਿਹੜੇ ਮੰਗਤੇ ਮੰਗ ਕੇ ਖਾਂਦੇ ਨੇ ਉਹਦੀ ਮਧੂਕਰੀ। ਹੁਣ ਤੁਸੀਂ ਮੰਗਣ ਚੱਲੇ ਹੋ, ਕਿਸੇ ਨੇ ਤੁਹਾਨੂੰ ਕਣਕ ਦਾ ਆਟਾ ਪਾਤਾ ਤੁਹਾਡੀ ਝੋਲੀ 'ਚ, ਕਿਸੇ ਨੇ ਬਾਜਰੇ ਦਾ ਪਾਤਾ, ਕਿਸੇ ਨੇ ਮੱਕੀ ਦਾ ਪਾਤਾ, ਕਿਸੇ ਨੇ ਛੋਲਿਆਂ ਦਾ ਪਾਤਾ। ਨਾਨਾ ਹੁੰਦਾ ਕਈ ਪ੍ਰਕਾਰ ਦਾ। ਇਹ ਖਿਆਲ ਰੱਖਣਾ, ਇੱਕ ਹੁੰਦਾ ਨਾਨਾ, ਇੱਕ ਹੁੰਦਾ ਨਾਨਾ, ਇੱਕ ਹੁੰਦਾ ਨਨਾ। ਨਾਨਾ ਤੋਂ ਰਿਸ਼ਤੇਦਾਰੀ ਹੋ ਗਈ, ਨਾਨਾ ਕਈ ਪ੍ਰਕਾਰ ਦਾ, ਨਨਾ ਛੋਟੇ ਨੂੰ ਕਹਿੰਦੇ ਇਹ ਨਨਾ ਬੱਚਾ। ਸੋ ਇਹ ਨਾਨਾ ਅਤੇ ਨਾਨਾ ਸਪੈਲਿੰਗ ਉਹੀ ਨੇ, ਸਿਰ ਬੋਲਣ ਵੇਲੇ ਥੋੜ੍ਹਾ ਖਿਆਲ ਰੱਖਣਾ। ਨਾਨਾ ਵਿਧ ਕਈ ਪ੍ਰਕਾਰ ਦਾ, ਨਾਜ ਭਾਵ ਅਨਾਜ। ਕਹਿੰਦੇ ਮਧੂਕਰੀ ਹੈ, ਭਿੱਖਿਆ ਮੰਗੀ ਹੈ, ਉਹ 'ਚ ਸੋ ਕਈ ਪ੍ਰਕਾਰ ਦਾ ਅਨਾਜ ਹੁੰਦਾ। ਧਾਰਮਿਕ ਬੰਦੇ ਨੂੰ ਕਿਹਾ ਕਿ ਭਾਵੇਂ ਗਰੀਬੀ ਆ ਜਾਏ, ਤੂੰ ਧਰਮ ਨਹੀਂ ਛੱਡਣਾ, ਤੂੰ ਨਾਮ ਜਪਣਾ ਨਹੀਂ ਛੱਡਣਾ, ਭਾਵੇਂ ਮੰਗ ਕੇ ਕਿਉਂ ਨਾ ਖਾਣਾ ਪਵੇ, ਭਾਵੇਂ ਮੰਗ ਕੇ ਖਾਣਾ ਪਵੇ, ਭਜਨ ਬੰਦਗੀ ਨਹੀਂ ਛੱਡਣੀ। ਇੱਕ ਪਰਿਵਾਰ ਨੂੰ ਮੈਂ ਗਿਆ, ਉਹਨਾਂ ਦੀ ਨੌਕਰਾਣੀ 25 ਸਾਲਾਂ ਤੋਂ ਉਹਨਾਂ ਦੀ ਲੱਗੀ ਹੋਈ ਹੈ, ਮੁਸਲਮਾਨ ਬੀਬੀ ਹੈ, ਉਹ ਉਰਦੂ ਹੀ ਬੋਲਦੀ ਹੈ। 25 ਸਾਲਾਂ 'ਚ ਉਹਨੇ ਪੰਜਾਬੀ ਨਹੀਂ ਸਿੱਖੀ ਬੋਲਣੀ। ਉਹਨੂੰ ਪੁੱਛਿਆ ਵੀ ਤੂੰ ਉਰਦੂ ਕਿਉਂ ਬੋਲਦੀ, ਪੰਜਾਬੀ ਕਿਉਂ ਨਹੀਂ ਬੋਲਦੀ? ਕਹਿੰਦੇ ਜਦੋਂ ਮੈਂ ਯੂਪੀ ਤੋਂ ਪੰਜਾਬ ਨੂੰ ਆਉਣਾ ਸੀ, ਮੇਰੇ ਅੱਬਾ ਨੇ, ਪਿਤਾ ਨੂੰ ਅੱਬਾ ਕਹਿੰਦੇ ਮੁਸਲਮਾਨ, ਮੇਰੇ ਅੱਬਾ ਨੇ ਮੇਰੇ ਤੋਂ ਸਹੁੰ ਚੁਕਵਾਈ ਸੀ ਕਿ ਤੂੰ ਮਰਨ ਤੱਕ ਉਰਦੂ ਹੀ ਬੋਲੇਂਗੀ, ਬਸ ਭਾਵੇਂ ਹਿੰਦੀ ਵਾਲੇ ਦੇ ਘਰ ਜਾ ਅਤੇ ਭਾਵੇਂ ਪੰਜਾਬੀ ਵਾਲੇ ਜਾ, ਆਪਣੀ ਜ਼ੁਬਾਨ ਨਹੀਂ ਛੱਡਣੀ, ਉਰਦੂ ਹੀ ਬੋਲਣਾ। ਕਦੇ ਇਸ ਲਈ ਮੈਂ ਉਰਦੂ ਬੋਲਦੀ। ਅਤੇ ਸਾਨੂੰ ਤਾਂ ਕਹਦੇ ਵੀ ਹਾਂ ਜੀ ਤੁਹਾਨੂੰ ਨਾ ਕਨੇਡਾ ਭੇਜ ਦਿਆਂ ਜੀ, ਤੁਹਾਨੂੰ ਕਨੇਡਾ ਭੇਜ ਦਿੰਦੇ ਹਾਂ, ਖਰਚਾ ਵੀ ਅਸੀਂ ਦੇਵਾਂਗੇ, ਬਸ ਫਿਰ ਤੁਸੀਂ ਵਾਲ ਮਨਾ ਲਓ, ਹੁਣੇ ਲਓ ਜੀ। ਲੋਕ ਉਹਦੇ ਅਨਾਊਂਸਮੈਂਟ ਕਰਦੇ ਕੋਈ ਵੀ ਜਿਹੜਾ ਸਿਰ ਮਨਾ ਲਏਗਾ ਉਹਨੂੰ ਮੈਂ ਆਪਣੇ ਖਰਚੇ 'ਤੇ ਉਹਦਾ ਪਾਸਪੋਰਟ ਵੀ ਬਣਵਾਵਾਂਗਾ, ਉਹਦਾ ਵੀਜ਼ਾ ਵੀ ਲਵਾਵਾਂਗਾ, ਉਹਨੂੰ ਅੱਗੇ ਕੰਮ ਵੀ ਦਿਲਾਵਾਂਗਾ, ਆਹ ਸਾਰਾ ਖਰਚ ਮੈਂ ਕਰਾਂਗਾ, ਪਰ ਸ਼ਰਤ ਇਹ ਹੈ ਜਿਹੜਾ ਸਿੱਖ ਸਿਰ ਮਨਾ ਲਏਗਾ ਉਹ ਲਾਈਨਾਂ ਲੱਗ ਜਾਣਗੇ ਨਾਈਆਂ ਦੇ, ਵਾਰੀ ਨਹੀਂ ਆਉਣੀ, ਚੱਕ ਦੇ ਮੇਰਾ ਵੀ ਚੱਕ ਦੇ, ਬਸ ਫੌਰਨ ਜਾਣਾ। ਇਸ ਲਈ ਤਾਂ ਇਸ ਦੇਸ਼ ਧਰਮ ਤੋਂ ਬਦਲਣੇ ਕੀ ਔਖਾ, ਐਵੇਂ ਕਮਲੇ ਲੋਕ ਨੇ ਜਿਹੜੇ ਕਰਦੇ ਰਹਿੰਦੇ ਨੇ, ਇਹਨੂੰ ਲਾਲਚ ਦੇ ਦਿਓ ਉਹ ਬਦਲ ਜਾਓ। ਅੰਗਰੇਜ਼ ਜਦੋਂ ਆਏ ਉਹਨਾਂ ਨੇ ਕਿਹਾ ਵੀ ਜਿਹੜਾ ਅੰਗਰੇਜ਼ੀ ਪੜ੍ਹੇਗਾ ਅਸੀਂ ਉਸ ਨੂੰ ਸਰਕਾਰੀ ਨੌਕਰੀ ਦੇਵਾਂਗੇ। ਸਿੱਖ ਵੀ ਧੜਾ ਧੜ ਪੜ੍ਹਨ ਲੱਗ ਗਏ ਅੰਗਰੇਜ਼ੀ, ਅਤੇ ਹਿੰਦੂ ਵੀ ਲੱਗ ਗਏ। ਮੁਸਲਮਾਨ ਵੀਰ ਕਹਿੰਦੇ ਹਮ ਤਾਂ ਅਰਬੀ ਪੜ੍ਹੇਂਗੇ, ਨਹੀਂ ਪੜ੍ਹੀ ਅੰਗਰੇਜ਼ੀ। ਉਦੋਂ ਦੇ ਪਿੱਛੇ ਹੋਏ ਹੈ, ਅੱਜ ਵੀ ਪਿੱਛੇ ਹੀ ਨੇ। ਮੁਸਲਮਾਨ ਹਿੰਦੂਆਂ ਤੋਂ ਅਤੇ ਸਿੱਖਾਂ ਤੋਂ ਗਰੀਬ ਨੇ। ਹੁਣ ਪੰਜਾਬ ਦੇ ਬੱਚੇ ਨਹੀਂ ਪੜ੍ਹਦੇ, ਮਿਹਨਤਾਂ ਨਹੀਂ ਕਰਦੇ। ਇਹ ਤੁਸੀਂ ਦੇਖਿਓ 10-15 ਸਾਲ ਨੂੰ ਕੋਈ ਅਫਸਰ ਹੀ ਕੋਈ ਨਹੀਂ ਸਰਦਾਰ ਲੱਭਣਾ, ਕਿਤੇ ਮੁੱਕ ਜਾਣੇ ਕੰਮ। ਜਿਹੜੇ ਚੱਜ ਦੇ ਮੁੰਡੇ ਨੇ ਉਹ ਚਲੇ ਜਾਣੇ ਨੇ ਕੰਪਨੀਆਂ 'ਚ, ਅਫਸਰ ਦੇ ਬਣੇ ਨਾ। ਆਪਣਾ DC ਹੋਵੇ, ਆਪਣਾ SSP ਹੋਵੇ, ਆਪਣਾ IS ਅਫਸਰ ਹੋਵੇ, ਆਪਣਾ SDM ਹੋਵੇ, ਤਾਂ ਹੀ ਕੋਈ ਪੁੱਛ ਪੜਤਾਲ ਸਾਡੀ ਹੋਵੇਗੀ ਨਾ। ਸਾਡਾ ਅਫਸਰ ਹੀ ਕੋਈ ਨਹੀਂ, ਕਿਹਦੇ ਅੱਗੇ ਜਾਓਗੇ, ਜਾ ਕੇ ਰਹੋਗੇ, ਦੁੱਖ ਦੱਸੋਗੇ ਆਪਣਾ। ਅਸੀਂ ਦੂਰ ਦੀ ਨਹੀਂ ਸੋਚਦੇ ਵੀ ਇਹ ਕੀ ਹਾਲ ਹੋਣ ਵਾਲਾ ਹੈ। ਬਸ ਅਸੀਂ ਠੂੰ ਠੱਪ ਜਿਹਾ ਕਰਨ ਵਾਲੇ ਲੋਕ ਜਾਂ ਫੁਕਰੇ ਹਾਂ, ਬਸ ਖਰਚਾ ਕਰਨ ਵਾਲੇ ਹਾਂ, ਨਸ਼ਈ ਹਾਂ, ਫੁਕਰੇ ਹਾਂ, ਖਰਚੀਲੇ ਹਾਂ। ਕਿੰਨੀ ਕੁ ਦੇਰ ਚੱਲੇਗਾ? ਬਾਪ ਦੀ ਕਮਾਈ ਕਿੰਨੀ ਕੁ ਦੇਰ ਕੋਈ ਖਾ ਸਕਦਾ ਹੈ? ਇਸ ਲਈ ਸਮਝਾ ਰਹੇ ਕਬੀਰ ਸਾਹਿਬ,
ਕਬੀਰ ਭਲੀ ਮਧੂਕਰੀ ਨਾਨਾ ਬਿਦ ਕੋ ਨਾਜ, ਦਾਵਾ ਕਾਹੂ ਕੋ ਨਹੀਂ ਬੜਾ ਦੇਸ ਬਟਰਾਜ। ਕਹੇ ਦਾਵਾ ਨਹੀਂ ਕਰਨਾ। ਦਾਅਵੇ 'ਚ ਹਮੇਸ਼ਾ ਹੰਕਾਰ ਹੁੰਦਾ ਹੈ। ਮੈਂ ਦਾਅਵੇ ਨਾਲ ਇਹ ਕਹਿਣਾ, ਮੈਂ ਆਹ ਕਰ ਦਾਂਗਾ, ਮੈਂ ਆਹ ਕਰ ਸਕਦਾ ਹਾਂ। ਦਾਅਵਾ ਨਹੀਂ ਕਿਸੇ ਚੀਜ਼ ਦਾ ਕਰਨਾ, ਸਗੋਂ ਬਿਨਾਂ ਦਾਅਵੇ ਤੋਂ ਰਹਿਣਾ ਚਾਹੀਦਾ। ਨਿਮਰਤਾ ਧਾਰਨ ਕਰਨੀ ਚਾਹੀਦੀ ਹੈ। ਨਿਮਰਤਾ ਧਾਰਨ ਕਰਕੇ ਭਜਨ ਬੰਦਗੀ ਕਰਦੇ ਰਹੋ। ਅਗਰ ਮੰਗ ਕੇ ਵੀ ਖਾਣਾ ਪਵੇ ਤਾਂ ਵੀ ਖਾ ਲਓ। ਸਗੋਂ ਇਸ 'ਤੇ ਕਈ ਪ੍ਰਕਾਰ ਦਾ ਅਨਾਜ ਹੁੰਦਾ। ਕਹਿੰਦੇ ਤੁਸੀਂ ਰੋਟੀ ਮੰਗ ਕੇ ਖਾ ਰਹੇ ਹੋ। ਹੁਣ ਮੈਂ ਜਾਨਾ ਅੱਡ ਅੱਡ ਘਰਾਂ 'ਚ, ਮੰਗ ਕੇ ਤਾਂ ਨਹੀਂ ਖਾਂਦਾ, ਪਰ ਇਹ ਹੈ ਕਿਤੇ ਮੈਨੂੰ ਖਾਣ ਨੂੰ ਕੁਛ ਮਿਲਦਾ, ਕਿਤੇ ਖਾਣ ਨੂੰ ਕੁਛ ਮਿਲਦਾ, ਕਿਤੇ ਖਾਣ ਨੂੰ ਕੁਛ ਮਿਲਦਾ। ਤੁਸੀਂ ਮੰਗ ਕੇ ਖਾ ਰਹੇ ਹੋ। ਕਿਸੇ ਨੇ ਤੁਹਾਨੂੰ ਖੀਰ ਖਵਾਤੀ, ਕਿਤੇ ਕੜਾਹ ਬਣਾਉਣੇ ਨੇ ਕੜਾਹ ਖਵਾਤਾ, ਕਿਤੇ ਚੌਲ ਬਣਾਉਣੇ ਤੋਂ ਚੌਲ ਖਵਾਤੇ। ਕਹਿਣ ਦਾ ਭਾਵ ਹੈ, ਕਹਿੰਦੇ ਅਗਰ ਤੁਸੀਂ ਨਾਮ ਜਪਦੇ ਹੋ ਨਾ, ਅਤੇ ਹੰਕਾਰ ਕਿਸੇ ਚੀਜ਼ ਦਾ ਨਹੀਂ ਕਰਨਾ, ਦਾਅਵਾ ਨਹੀਂ ਕਰਨਾ। ਐਡਾ ਵੱਡਾ ਦੇਸ਼ ਹੈ, ਇੱਕ ਨਹੀਂ ਖਵਾਏਗਾ, ਹੋਰ ਕਿਤੇ ਮੰਗ ਕੇ ਖਾ ਲਓ। ਮੰਗ ਕੇ ਖਾ ਲਓ, ਪਰ ਭਜਨ ਬੰਦਗੀ ਨਹੀਂ ਛੱਡਣੀ। ਭਜਨ ਬੰਦਗੀ ਲਈ ਮੰਗ ਕੇ ਵੀ ਖਾਣਾ ਪੈ ਜਾਏ ਤਾਂ ਵੀ ਖਾ ਲਓ। ਪੁਰਾਣੇ ਜ਼ਮਾਨੇ ਜਿੰਨੇ ਸਾਧੂ ਹੁੰਦੇ ਸਨ, ਸਾਰਿਆਂ ਦੇ ਮੱਠ ਹੁੰਦੇ ਸਨ, ਜਿਹਨੂੰ ਆਪਾਂ ਡੇਰਾ ਕਹਿੰਦੇ ਹਾਂ। ਇਹ ਸੰਤਾਂ ਦਾ ਡੇਰਾ ਹੈ ਜੀ। ਉਹਨੂੰ ਜੈਨੀ ਬੋਧੀ ਮੱਠ ਕਹਿੰਦੇ ਨੇ। ਜੋਗੀਆਂ ਦਾ ਮੱਠ, ਸਾਧੂਆਂ ਦੇ ਮੱਠ। ਉੱਥੇ ਰਹਿੰਦੇ ਸਨ। ਨਗਰ 'ਚ ਆ ਕੇ ਮੰਗ ਕੇ ਲੈ ਜਾਂਦੇ ਸਨ ਅਤੇ ਸਾਰੇ ਉੱਥੇ ਰਲ ਕੇ ਖਾਂਦੇ ਸਨ। ਪਰ ਉਹ ਭਜਨ ਬੰਦਗੀ ਕਰਦੇ ਸਨ। ਉਹ ਆਪਣਾ ਵੱਧ ਤੋਂ ਵੱਧ ਸਮਾਂ ਭਜਨ ਬੰਦਗੀ 'ਤੇ ਲਾਉਂਦੇ ਸੀ ਅਤੇ ਮੰਗ ਕੇ ਖਾ ਲੈਂਦੇ ਸਨ। ਅਤੇ ਲੋਕਾਂ ਨੂੰ ਇੰਨਾ ਸੀ ਵੀ ਉਹ ਘਰ ਦੇ ਬੂਹੇ ਖੁੱਲ੍ਹੇ ਛੱਡ ਦਿੰਦੇ ਸਨ, ਕਿਉਂਕਿ ਪੁਰਾਣੇ ਸਾਧੂ ਦਾ ਇਹ ਅਸੂਲ ਸੀ ਕਿ ਜਿਹਦਾ ਦਰਵਾਜ਼ਾ ਬੰਦ ਹੈ ਖੜਕਾਉਣਾ ਨਹੀਂ ਹੈ। ਮੰਗਣ ਲਈ ਉਹਦਾ ਦਰਵਾਜ਼ਾ ਨਹੀਂ ਖੜਕਾਉਣਾ। ਜਿਹਦਾ ਦਰਵਾਜ਼ਾ ਖੁੱਲ੍ਹਾ ਹੈ ਉਹਦੇ ਅਲੱਖ ਨਿਰੰਜਨ ਜੋ ਵੀ ਕਹਿਣਾ ਉਹਦੇ ਕਹਿਣਾ। ਅਤੇ ਲੋਕਾਂ ਨੂੰ ਖੁਸ਼ੀ ਹੁੰਦੀ ਸੀ ਕੋਈ ਮਹਾਤਮਾ ਸਾਡੇ ਬੂਹੇ 'ਤੇ ਆਇਆ ਹੈ। ਉਹਨੂੰ ਜਿਹੜਾ ਹੈ ਭਿੱਖਿਆ ਦੇ ਕੇ ਉਹ ਖੁਸ਼ੀ ਮਹਿਸੂਸ ਕਰਦੇ ਸਨ ਕਿ ਭਜਨ ਬੰਦਗੀ ਵਾਲਾ ਸਾਡੇ ਬੂਹੇ 'ਤੇ ਆਇਆ। ਹੁਣ ਵੀ ਭਜਨ ਬੰਦਗੀ ਵਾਲਿਆਂ ਨੂੰ ਰੋਟੀ ਪਾਣੀ ਖਵਾ ਕੇ ਲੋਕ ਖੁਸ਼ ਹੁੰਦੇ ਨੇ। ਦੂਜੇ ਤੁਸੀਂ 100 ਬੰਦੇ ਰੋਟੀ ਖਵਾ ਲਓ, ਤੁਹਾਡੇ ਕੋਈ ਅਰਦਾਸ ਨਹੀਂ ਕਰੇਗਾ। ਸਾਧੂ ਇੱਕ ਨੂੰ ਤੁਸੀਂ ਰੋਟੀ ਖਵਾ ਦਿਓ, ਉਹ ਵੀ ਅਰਦਾਸ ਕਰਕੇ ਜਾਏਗਾ। ਉਹ ਅਰਦਾਸ ਕਰੇਗਾ। ਉਹ ਨਹੀਂ ਖਾਣ ਤੋਂ ਬਾਅਦ ਸਾਧੂ ਦੀ ਆਦਤ ਹਮੇਸ਼ਾ ਅਰਦਾਸ ਕਰੇਗਾ। ਕਈ ਵਾਰੀ ਪੁੱਛ ਲੈਂਦਾ ਜੀ ਕਿਸ ਭਾਵਨਾ ਨਾਲ ਤੁਸੀਂ ਲੰਗਰ ਛਕਾਇਆ ਜੀ। ਉਸ ਭਾਵਨਾ ਦੀ ਅਰਦਾਸ ਕਰ, ਸੱਚੇ ਪਾਤਸ਼ਾਹ ਜਿਸ ਭਾਵਨਾ ਨਾਲ ਲੰਗਰ ਛਕਾਇਆ ਇਹਨਾਂ ਦੀ ਭਾਵਨਾ ਮਨਜ਼ੂਰ ਕਰੋ, ਕਮਾਈਆਂ 'ਚ ਵਾਧੇ ਕਰੋ, ਭੰਡਾਰੇ ਭਰਪੂਰ ਰੱਖਣੇ। ਤਾਂ ਲੋਕ ਸਾਧੂਆਂ ਨੂੰ ਭੋਜਨ ਛਕਾਉਂਦੇ ਨੇ। ਦੂਜੇ ਜਿੰਨਿਆਂ ਨੂੰ ਮਰਜ਼ੀ ਛਕਾ ਰਹੀ ਹੂੰ ਕਰਕੇ ਚੱਲ ਗਏ ਸਾਰੇ। ਰਾਮਪੁਰ ਖੇੜੇ ਵਾਲੇ ਮਹਾਂਪੁਰਖ ਕਹਿੰਦੇ ਸਾਨੂੰ ਨਾ ਅਰਦਾਸ ਨਹੀਂ ਸੀ ਆਉਂਦੀ। ਇੱਕ ਬੀਬੀ ਆਈ, ਕਹਿੰਦੇ ਬਾਬਾ ਜੀ ਮੈਂ 5 ਸਿੰਘਾਂ ਨੂੰ ਲੰਗਰ ਛਕਾਉਣਾ। ਕਹਿੰਦੇ ਮੈਂ 4 ਹੋਰ ਤਿਆਰ ਕਰ ਲਏ। ਲੰਗਰ ਛਕਣ ਚਲੇ ਗਏ। ਉਹਨਾਂ ਦੇ ਲੰਗਰ ਛਕ ਕੇ ਉਹਨਾਂ ਸਾਡੇ ਹੱਥ ਧੋਤੇ। ਅਸੀਂ ਉੱਠ ਖੜ੍ਹੇ। ਉਹ ਮਾਈ ਕਹਿੰਦੀ ਤੁਸੀਂ ਅਰਦਾਸ ਨਹੀਂ ਕੀਤੀ। ਕਹਿੰਦੇ ਮਾਤਾ ਜੀ ਸਾਨੂੰ ਤਾਂ ਅਰਦਾਸ ਆਉਂਦੀ ਨਹੀਂ। ਕਹਿੰਦੇ ਅੱਛਾ ਰੋਟੀਆਂ ਖਾਣੀਆਂ ਆਉਂਦੀਆਂ ਨੇ, ਅਰਦਾਸ ਨਹੀਂ ਆਉਂਦੀ। ਤੁਹਾਨੂੰ ਮੈਂ ਅਰਦਾਸ ਲਈ ਤਾਂ ਸੱਦਿਆ, ਰੋਟੀਆਂ ਖਵਾਉਣ ਲਈ ਨਾਲ ਥੋੜ੍ਹਾ ਸੱਦਿਆ ਵੀ ਚਲੋ ਤੁਸੀਂ ਲੰਗਰ ਛਕੋਗੇ, ਮੇਰੇ ਭਲੇ ਲਈ ਕੋਈ ਅਰਦਾਸ ਕਰੋਗੇ। ਰੋਟੀ ਖਾਣੀ ਆਉਂਦੀ ਹੈ, ਅਰਦਾਸ ਨਹੀਂ ਆਉਂਦੀ। ਕਹਿੰਦੇ ਅਸੀਂ ਬੜੇ ਕੱਚੇ ਜਿਹੇ ਹੋਏ, ਆ ਕੇ ਫਿਰ ਯਾਦ ਕੀਤੀ ਅਰਦਾਸ ਵੀ ਹਾਂ ਅਰਦਾਸ ਵੀ ਕਰਨੀ। ਮਹਾਂਪੁਰਖਾਂ ਜੇ ਸਿਰਫ ਤਾਂ ਸੱਚ ਬੋਲਦੇ ਨੇ, ਜੋ ਉਹਨਾਂ ਬੀਤਿਆ ਉਹ ਲਿਖ ਦਿੰਦੇ ਨੇ। ਉਹ ਛਪਾਉਂਦੇ ਛਪਾਉਂਦੇ ਕੋਈ ਨਹੀਂ ਵਿੱਚ ਸਾਡੀ ਬਦਨਾਮੀ ਕਰਨ ਵਿੱਚੋਂ ਇਹ ਗੱਲ ਨਾ ਲਿਖੋ ਨਾ। ਉਹ ਕਹਿੰਦੇ ਵੀ ਸਾਡੀਆਂ ਗਲਤੀਆਂ ਤੋਂ ਕੋਈ ਸਿੱਖ ਜਾਏਗਾ। ਅਗਰ ਮੰਨ ਲਓ ਨਾ ਲਿਖਦੇ ਤਾਂ ਜਿਹੜੇ ਕਿਤਾਬ ਪੜ੍ਹਨ ਵਾਲੇ ਸਨ ਉਹਨਾਂ ਨੂੰ ਕੀ ਪਤਾ ਲੱਗਣਾ ਸੀ ਕਿ ਹਾਂ ਭਾਈ ਖਾ ਪੀ ਕੇ ਅਰਦਾਸ ਵੀ ਕਰੀਦੀ ਹੈ। ਅਸੀਂ ਕਿ ਸਾਹ ਕਹਿ ਮਤੇ ਸਾਨੂੰ ਤਾਂ ਅਰਦਾਸ ਆਉਂਦੀ ਨਹੀਂ। ਅੱਗੋਂ ਉਹ ਪੈ ਗਈ ਸਾਨੂੰ। ਅੱਛਾ ਕਹਿੰਦੇ ਰੋਟੀ ਖਾਣੀ ਆਉਂਦੀ ਹੈ, ਅਰਦਾਸ ਨਹੀਂ ਆਉਂਦੀ। ਇਸ ਲਈ ਸੰਤ ਮਹਾਤਮਾ ਜਦੋਂ ਵੀ ਲੰਗਰ ਛਕਦੇ ਨੇ ਉਹ ਹਮੇਸ਼ਾ ਜਿਸ ਦਾ ਲੰਗਰ ਛਕਿਆ ਉਹਦੇ ਭਲੇ ਲਈ ਅਰਦਾਸ ਕਰਦੇ ਹਨ।
ਸੋ ਕਹਿ ਰਹੇ ਸੀ ਕਬੀਰ ਸਾਹਿਬ, ਬੜਾ ਵੱਡਾ ਦੇਸ਼ ਹੈ, ਇੱਥੋਂ ਨਹੀਂ ਰੋਟੀ ਮਿਲੇਗੀ, ਹੋਰ ਕਿਤੋਂ ਮਿਲ ਜਾਏਗੀ। ਭਜਨ ਬੰਦਗੀ ਨਹੀਂ ਛੱਡਣੀ, ਭਾਵੇਂ ਭਿੱਖਿਆ ਮੰਗ ਕੇ ਰੋਟੀ ਕਿਉਂ ਨਾ ਖਾਣੀ ਪਵੇ। ਕਬੀਰ ਦਾਵੈ ਦਾਜਨ ਹੋਤ ਹੈ, ਨਿਰਦਾਵੈ ਰਹਿ ਨਿਸੰਕ। ਜੋ ਜਨ ਨਿਰਦਾਵੈ ਰਹਿ, ਸੋ ਗਣੇ ਇੰਦਰ ਸੋ ਰੰਕ। ਦਾਵੈ ਦਾਜਨ ਹੋਤ, ਜੇ ਬੰਦਾ ਦਾਅਵੇ ਕਰਦਾ ਫਿਰ ਉਹ ਸੜਦਾ ਰਹਿੰਦਾ, ਉਹ ਦਾਅਵੇ ਪੂਰੇ ਨਹੀਂ ਹੁੰਦੇ। ਦਾਵਾ ਕਰਤਾ ਮੈਂ ਆ ਕਰ ਦਾਂਗਾ, ਦਾਵਾ ਕਰਤਾ ਉਹ ਬਸ ਸਾਡੀ ਸਰਕਾਰ ਆ ਗਈ 2 ਮਹੀਨਿਆਂ ਦੇ ਵਿੱਚ ਜੇ ਨਸ਼ੇ ਖਤਮ, ਦਾਵਾ ਕਰਤਾ। ਇਹ ਚਲਾਕ ਬੜੇ ਹੁੰਦੇ ਨੇ। ਇਹ ਸੱਚੀਆਂ ਗੁਟਕਾ ਨਹੀਂ ਸੀ ਫੜਿਆ ਹੋਇਆ, ਇੰਨਾ ਕਮਲਾ ਥੋੜ੍ਹੇ ਕੋਈ। ਉਹ ਤਾਂ ਗੁਟਕੇ ਜਿੰਨੇ ਨੋਟਬੁੱਕ ਮਿਲਦੀ ਹੈ ਬਾਜ਼ਾਰ 'ਚ, ਉਹਦੇ ਉੱਤੇ ਕੱਪੜਾ ਚੜ੍ਹਾ ਲਿਆ ਅਤੇ ਕਹਿੰਦੇ ਵੀ ਕੱਲ੍ਹ ਨੂੰ ਜੇ ਗੁਰੂ ਮਹਾਰਾਜ ਵੀ ਨਾਰਾਜ਼ ਨਾ ਹੋਣ, ਤੂੰ ਝੂਠੀ ਸਹੁੰ ਖਾਨਾ। ਹਾਂ ਬਈ ਸੱਚੀ, ਬਈ ਪਤਾ ਤਾਂ ਉਹਦਾ ਹੋਣਾ ਤਾਂ ਹੈ ਨਹੀਂ, ਪਰ ਵੋਟਾਂ ਤਾਂ ਹੁਣ ਲੈਣੀਆਂ ਨੇ। ਹਾਂਜੀ, ਹੱਥ 'ਚ ਠੀਕ ਹੈ, ਉੱਤੇ ਕੱਪੜਾ ਚੜ੍ਹਾਤਾ, ਅਗਲਾ ਕਹਿੰਦੇ ਗੁਟਕਾ ਹੀ ਹੋਣਾ ਜੀ। ਹਾਂ ਮੈਂ ਗੁਟਕੇ ਦੀ ਸਹੁੰ ਖਾਨਾ, ਮੈਂ ਆ ਕਰਾਂਗਾ, ਉਹ ਵਿੱਚ ਗੁਟਕਾ ਹੋਣਾ ਹੀ ਨਹੀਂ ਹੈਗਾ। ਨਹੀਂ ਤਾਂ ਇੱਕ ਸਿੱਖ ਹੈ ਇਸ ਤਰ੍ਹਾਂ ਨਹੀਂ ਕਰ ਸਕਦਾ ਹੈਗਾ। ਉਹ ਤਾਂ ਬਹੁਤ ਵੱਡਾ ਫਿਰ ਪਾਪ ਲੱਗ ਜਾਏਗਾ ਨਾ, ਵੀ ਤੂੰ ਆਤੇ ਗੁਟਕਾ ਲੈ ਕੇ ਫਿਰ ਐਂ ਕਿਹਾ ਅਤੇ ਕਰਦਾ ਕੀ ਹੈ। ਅਗਲਾ ਅੰਦਰੋਂ ਖੁਸ਼ ਹੈ ਵੀ ਮੈਂ ਤਾਂ ਝੂਠਾ ਹੀ, ਮੇਰੇ ਹੱਥ 'ਚ ਕਿਹੜਾ ਗੁਟਕਾ ਸੀ, ਮੇਰੇ ਤਾਂ ਹੱਥ ਨੋਟਬੁੱਕ ਸੀ, ਬਸ ਉਸ 'ਤੇ ਕੱਪੜਾ ਚੜ੍ਹਾਇਆ ਹੋਇਆ ਸੀ। ਦਾਵਾ ਜੇ ਕਰਨਾ ਹਮੇਸ਼ਾ ਬੰਦਾ ਦੁਖੀ ਹੁੰਦਾ। ਦਾਵੈ ਦਾਜਨ ਹੋਤ, ਦਾਜਨ ਸੜਨਾ ਬਲਣਾ। ਜਿਹੜਾ ਦਾਅਵੇ ਕਰਦਾ ਉਹ 'ਚ ਮਨੁੱਖ ਸੜਦਾ ਬਲਦਾ ਰਹਿੰਦਾ। ਨਿਰਦਾਵੈ ਰਹਿ ਨਿਸੰਕ, ਨਿਸੰਕ ਹੁੰਦਾ ਬੇਫਿਕਰ। ਜਿਹੜਾ ਕੋਈ ਦਾਅਵਾ ਨਹੀਂ ਕਰਦਾ ਉਹ ਬੇਫਿਕਰ ਰਹਿੰਦਾ ਹੈ, ਉਹਨੂੰ ਕੋਈ ਦਾਅਵਾ ਹੀ ਨਹੀਂ ਕੀਤਾ। ਉਹ ਕਹਿੰਦਾ ਨਾ ਭਾਈ ਮੈਂ ਤਾਂ ਇੰਨੇ ਜੋਗਾ ਹੈ ਹੀ ਨਹੀਂ ਹੈ, ਮੈਂ ਤਾਂ ਗਰੀਬ ਆਦਮੀ ਹਾਂ, ਮੈਂ ਤਾਂ ਸਧਾਰਨ ਬੰਦਾ ਹਾਂ, ਮੈਂ ਤਾਂ ਇੰਨੇ ਜੋਗਾ ਹੈ ਹੀ ਨਹੀਂ ਹੈਗਾ। ਜਿਵੇਂ ਕਬੀਰ ਸਾਹਿਬ ਨੇ, ਉਹ ਪੰਡਿਤ ਆ ਗਏ, ਕਹੇ ਮੈਨੂੰ ਪਤਾ ਲੱਗਾ ਜੀ ਲੋਕ ਤੁਹਾਡੀ ਬੜੀ ਵਡਿਆਈ ਕਰਦੇ, ਤੁਸੀਂ ਬੜੇ ਗਿਆਨਵਾਨ ਹੋ। ਕਬੀਰ ਸਾਹਿਬ ਕਹਿੰਦੇ ਭਾਈ ਤੈਨੂੰ ਭੁਲੇਖਾ ਲੱਗ, ਮੈਂ ਕੋਈ ਗਿਆਨਵਾਨ ਨਹੀਂ ਹੈਗਾ। ਨਹੀਂ ਲੋਕ ਕਹਿੰਦੇ ਨੇ ਮੈਂ ਤੈਨੂੰ ਗਿਆਨ ਚਰਚਾ ਕਰਨੀ ਤੁਹਾਨੂੰ। ਉਹ ਕਹਿੰਦੇ ਭਾਈ ਸਾਨੂੰ ਗਿਆਨ ਨਹੀਂ ਹੈ, ਅਸੀਂ ਕਾਹਦੀ ਚਰਚਾ ਕਰਨੀ ਤੇਰੇ ਨਾਲ। ਫਿਰ ਲਿਖ ਕੇ ਦਿਓ ਜੀ ਮੈਂ ਹਾਰਿਆ ਅਤੇ ਪੰਡਿਤ ਜਿੱਤਿਆ। ਕਹਿੰਦੇ ਭਾਈ ਮੈਂ ਧਿਆਨ ਪੜ੍ਹਾਂ, ਮੈਨੂੰ ਤਾਂ ਮੰਦਿਰ 'ਚ ਹੀ ਨਹੀਂ ਸੀ ਕੋਈ ਵੜਨ ਦਿੰਦਾ। ਤੁਸੀਂ ਮੈਨੂੰ ਮੰਦਿਰ 'ਚ ਵੜਨ ਦਿੰਦੇ ਸੀ? ਕੀ ਤੁਸੀਂ ਮੈਨੂੰ ਵਿੱਦਿਆ ਕਿਸੇ ਨੇ ਦਿੱਤੀ, ਕਿਸੇ ਪੰਡਿਤ ਨੇ? ਤੁਸੀਂ ਮੈਨੂੰ ਪੜ੍ਹਨ ਨਹੀਂ ਦਿੱਤਾ, ਤੁਸੀਂ ਮੈਨੂੰ ਮੰਦਿਰ 'ਚ ਨਹੀਂ ਵੜਨ ਦਿੱਤਾ, ਮੈਨੂੰ ਤਾਂ ਸਿਰਫ ਦੱਸੇ ਕਰਨੇ ਆਉਂਦੇ ਨੇ, ਬਸ ਇੰਨਾ। ਅਤੇ ਤੂੰ ਜੋ ਲਿਖਣਾ ਲਿਖ ਲੈ, ਮੈਂ ਦੱਸ ਕਰਦਾ। ਉਹਨੇ ਲਿਖ ਲਿਆ ਵੀ ਕਬੀਰ ਸਾਹਿਬ ਦੇ ਅਤੇ ਮੇਰੀ ਬਹਿਸ ਹੋਈ, ਉਸ ਦੇ ਵਿੱਚ ਮੈਂ ਜਿੱਤਿਆ ਅਤੇ ਕਬੀਰ ਹਾਰਿਆ। ਉਹਨੇ ਤਾਂ ਦੱਸੇ ਕਰਤੇ। ਜੇਜ ਕਾਜ ਪਾ ਕੇ ਪੜ੍ਹਤਣ ਜਾ ਕੇ ਤੇ ਮੈਂ ਕਹਿੰਦਾ ਕਬੀਰ ਬੜਾ ਗਿਆਨਵਾਨ ਹੈ, ਮੈਂ ਉਹਨੂੰ ਹਰਾਇਆ। ਕਹਿੰਦੇ ਕੀ ਸਬੂਤ ਹੈ? ਕਹਿੰਦੇ ਆਹ ਦੇਖੋ ਲਿਖ ਕੇ। ਇੱਕ ਪੰਡਿਤ ਨੇ ਪੜ੍ਹਿਆ, ਉਹ 'ਚ ਲਿਖਿਆ ਸੀ ਕਬੀਰ ਜਿੱਤਿਆ ਮੈਂ ਹਾਰਿਆ। ਕਹਿੰਦੇ ਇਹ ਸਦਾ ਲਿਖਿਆ ਕਬੀਰ ਜਿੱਤਿਆ ਮੈਂ ਹਾਰਿਆ ਹੈ। ਅੱਖਾਂ ਪੂੰਝਦਾ, ਫਿਰ ਪੜ੍ਹਦਾ, ਉਹ ਗਲਤੀ ਹੋ ਗਈ, ਫਿਰ ਚਲੇ ਗਿਆ। ਕਬੀਰ ਸਾਹਿਬ ਕਹਿੰਦੇ ਭਰਾ ਮੈਨੂੰ ਨਹੀਂ ਪਤਾ, ਤੂੰ ਆਪ ਹੀ ਲਿਖਿਆ ਸੀ, ਫਿਰ ਲਿਖ ਲੈ। ਉਹਨੇ ਫਿਰ ਲਿਖ ਲਿਆ ਕਬੀਰ ਹਾਰਿਆ ਮੈਂ ਜਿੱਤਿਆ। ਉਹਨੂੰ ਹੇਠਾਂ ਦੱਸ ਕਰਤੇ, ਫਿਰ ਚਲਿਆ ਗਿਆ। ਉਹ ਕਹਿੰਦੇ ਲੈ ਵਿਖਾ, ਜੋ ਵਿਖਾਇਆ ਉੱਥੇ ਲਿਖਿਆ ਕਬੀਰ ਜਿੱਤਿਆ ਮੈਂ ਹਾਰਿਆ। ਉਹ ਤਾਂ ਆਪਣੀ ਜੁੱਤੀ ਲਾ ਲਈ, ਨੰਗੇ ਪੈਰੀ ਕਬੀਰ ਸਾਹਿਬ ਕੋਲ ਹਾਰਿਆ। ਕੋਈ ਦਾਅਵਾ ਹੀ ਨਹੀਂ ਹੈਗਾ। ਉਹ ਜਿਹੜਾ ਦਾਅਵਾ ਕੀਤਾ ਮੈਂ ਗਿਆਨਵਾਨ ਹਾਂ, ਮੈਂ ਕਬੀਰ ਨੂੰ ਹਰਾ ਕੇ ਆਵਾਂਗਾ, ਮਰ ਜਾ ਕਿਵੇਂ, ਉਹ ਉਹਦੇ ਬੇਸ਼ਰਮੀ ਉਠਾਉਣੀ ਪਈ ਉਹਨੂੰ। ਕਬੀਰ ਸਾਹਿਬ ਨੇ ਦਾਅਵਾ ਹੀ ਨਹੀਂ ਕੀਤਾ, ਇਸ ਨਿਸ਼ਚਿੰਤ ਰਹੇ ਉਹ। ਇਸ ਲਈ ਕਹਿੰਦੇ ਦਾਅਵਾ ਨਹੀਂ ਕਰਨਾ, ਦਾਅਵੇ ਦੇ ਵਿੱਚ ਬੰਦਾ ਦੁਖੀ ਹੁੰਦਾ ਹੈ। ਜਿਹੜਾ ਨਿਰਦਾਵੇ ਰਹਿੰਦਾ, ਕੋਈ ਦਾਅਵਾ ਨਹੀਂ ਕਰਦਾ, ਉਹ ਬੇਫਿਕਰ ਰਹਿੰਦਾ। ਜੋ ਜਨ ਨਿਰਦਾਵੈ ਰਹਿ, ਸੋ ਗਨੈ ਇੰਦਰ ਸੋ ਰੰਕ। ਰੰਕ ਗਰੀਬ ਨੂੰ ਕਹਿੰਦੇ ਨੇ, ਇੰਦਰ ਰਾਜਾ ਹੁੰਦਾ। ਕਹਿੰਦਾ ਜਿਹੜਾ ਕੋਈ ਦਾਅਵਾ ਨਹੀਂ ਕਰਦਾ, ਉਹਦੀਆਂ ਨਜ਼ਰਾਂ 'ਚ ਰਾਜਾ ਅਤੇ ਕੰਗਾਲ ਇੱਕੋ ਜਿਹੇ ਨੇ।
ਉਹ ਕੋਈ ਮਹਾਨਤਾ ਨਹੀਂ ਦਿੰਦਾ ਰਾਜੇ ਨੂੰ, ਤੇ ਨਾ ਕੰਗਾਲ ਨੂੰ ਕੋਈ ਨਰਾਦਰ ਕਰਦਾ ਹੈ, ਹੋਰ ਉਦਾਵੇ ਨਹੀਂ ਕੋਈ ਕਰਦਾ ਹੈਗਾ। ਇਸ ਲਈ ਉਹਦੀ ਨਜ਼ਰਾਂ 'ਚ ਰਾਜਾ ਅਤੇ ਰੰਕ, ਅਮੀਰ ਅਤੇ ਗਰੀਬ ਇੱਕੋ ਜਿਹੇ ਹੁੰਦੇ ਹਨ। ਕਬੀਰ ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ, ਭਾਗ ਬੜੇ ਤੈਂ ਪਾਇਓ। ਇਹਨੂੰ ਤੈਂ ਪੜ੍ਹਨਾ, ਤੈਂ ਮੈਨੇ ਤੂੰ, ਤੈ ਹੁੰਦਾ ਅਤੇ, ਜੇ ਤੈ ਪੜ੍ਹੋਗੇ ਉਹਦੇ ਦੋ ਅਰਥ ਹੁੰਦੇ ਨੇ, ਉਸ ਅਤੇ ਦੂਸਰਾ ਹੁੰਦਾ ਅਤੇ। ਤੈਂ ਪੜ੍ਹੋਗੇ ਦਾ ਮਤਲਬ ਹੁੰਦਾ ਤੂੰ, ਵੀ ਇਹ ਕੰਮ ਤੈਂ ਕੀਤਾ, ਤੂੰ ਕੀਤਾ। ਭਾਗ ਬੜੇ ਤੈਂ ਪਾਇਓ, ਤੂੰ ਭਰ ਭਰ ਪੀਓ ਕਬੀਰ। ਪਾਲ ਸਮੂਹਾ ਸਰਵਰ ਭਰਾ, ਸਰਵ ਹੁੰਦਾ ਸਰੋਵਰ, ਸਰੋਵਰ ਕੰਢਿਆਂ ਤੱਕ ਭਰਿਆ ਹੋਇਆ ਹੈ। ਪਾਲ ਕਿਨਾਰੇ ਨੂੰ ਕਹਿੰਦੇ ਨੇ, ਸਮੂਹਾ ਸਾਰਾ, ਸਰਵਰ ਸਰੋਵਰ, ਭਰਿਆ ਹੋਇਆ। ਸਾਰਾ ਸਰੋਵਰ ਅੰਮ੍ਰਿਤ ਨਾਲ ਭਰਿਆ ਹੋਇਆ ਹੈ। ਪੀ ਨਾ ਸਕੇ ਕੋਈ ਨੀਰ, ਪਰ ਉਹ ਪਾਣੀ ਪੀਣ ਵਾਲੇ ਕੋਈ ਨਹੀਂ ਹੈਗਾ। ਹਾਲਾਂਕਿ ਅੰਮ੍ਰਿਤ ਛਕ ਲਓ, ਅੰਮ੍ਰਿਤ ਛਕ ਲਓ, ਕੋਈ ਗਾਹਕ ਹੀ ਨਹੀਂ ਹੁੰਦਾ ਛਕਣ ਵਾਲਾ। ਕਹਿੰਦਾ ਸਾਰਾ ਸਰੋਵਰ ਅੰਮ੍ਰਿਤ ਰੂਪੀ ਪਾਣੀ ਨਾਲ ਭਰਿਆ ਹੋਇਆ, ਪਰ ਕੋਈ ਪੀਂਦਾ ਹੀ ਨਹੀਂ ਹੈ, ਪੀਂਦਾ ਹੀ ਨਹੀਂ। ਭਾਗ ਬੜੇ ਤੈਂ ਪਾਇਓ, ਹੇ ਕਬੀਰ ਤੇਰੇ ਵੱਡੇ ਭਾਗ ਨੇ, ਤੂੰ ਭਰ ਭਰ ਪੀਓ ਕਬੀਰ। ਹੇ ਕਬੀਰ ਤੂੰ ਬੁੱਕ ਭਰ ਭਰ ਕੇ ਇਸ ਅੰਮ੍ਰਿਤ ਨੂੰ ਪੀ, ਤੇਰੇ ਭਾਗਾਂ 'ਚ ਹੀ ਹੈ। ਇਹਨਾਂ ਨੂੰ ਤਾਂ ਕੀਮਤ ਹੀ ਨਹੀਂ ਪਤਾ। ਦੇਖੋ ਪਾਣੀ ਬੰਦਾ ਕਦੋਂ ਪੀਂਦਾ, ਜਦੋਂ ਉਹਨੂੰ ਪਿਆਸ ਲੱਗੇ। ਜੇ ਪਿਆਸ ਲੱਗੇ, ਅਸੀਂ ਜੋ ਸਾਈਕੋਲੋਜੀ ਪੜ੍ਹਦੇ ਸੀ ਉਹ 'ਚ ਹੁੰਦਾ ਸੀ ਵੀ ਮੰਨ ਲਓ ਮੱਝ ਨੂੰ ਪਿਆਸ ਨਹੀਂ, ਤੁਸੀਂ ਉਹਨੂੰ ਸੂਏ 'ਤੇ ਲੈ ਗਏ, ਛੱਪੜ 'ਚ ਲੈ ਗਏ, ਜਿੰਨਾ ਮਰਜ਼ੀ ਉਹਦਾ ਮੂੰਹ ਪਾਣੀ ਡੁਬੋਈ ਜੋ ਨਹੀਂ ਪੀਏਗੀ, ਕਿਉਂਕਿ ਉਹਨੂੰ ਪਿਆਸ ਹੀ ਨਹੀਂ, ਉਹਨੂੰ ਪਿਆਸ ਹੀ ਨਹੀਂ। ਹੁਣ ਬੱਚਾ ਪੜ੍ਹਨਾ ਹੀ ਨਹੀਂ ਚਾਹੁੰਦਾ, ਨਾ ਟੀਚਰ ਉੱਥੇ ਕੁਛ ਕਰ ਸਕਦੇ, ਨਾ ਮਾਂ ਪਿਓ ਕਰ ਸਕਦੇ ਨੇ, ਕਿਉਂਕਿ ਪੜ੍ਹਨਾ ਹੀ ਨਹੀਂ ਚਾਹੁੰਦਾ, ਉਹਨੂੰ ਪੜ੍ਹਾਈ ਦੀ ਪਿਆਸ ਹੀ ਨਹੀਂ ਹੈ, ਉਹਦੇ ਪੜ੍ਹਨ ਦੀ ਇੱਛਾ ਹੀ ਨਹੀਂ ਹੈ। ਸੋ ਕਹਿੰਦੇ ਅੰਮ੍ਰਿਤ ਦਾ ਸਰੋਵਰ ਭਰਿਆ ਹੋਇਆ ਹੈ, ਪਰ ਕਿਸੇ ਨੂੰ ਇੱਛਾ ਹੀ ਨਹੀਂ ਸਰੋਵਰ ਦੀ, ਕੋਈ ਪੀਂਦਾ ਹੀ ਨਹੀਂ ਹੈ। ਕਹੇ ਕਬੀਰ ਤੇਰੇ ਭਾਗ ਨੇ, ਤੂੰ ਪੀ ਜਾ ਭੁੱਖ ਭਰ ਭਰ ਪੀ, ਪਹਿਲੇ ਭਰ ਭਰ ਪੀਵੇ ਜਾ। ਸੋ ਕਹਿਣ ਦਾ ਮਤਲਬ ਹੈ ਕਿ ਉੱਧਰ ਦੀ ਰੁਚੀ ਵੀ ਮਨੁੱਖ ਦੀ ਹੋਣੀ ਚਾਹੀਦੀ ਹੈ। ਧਰਮ ਤਾਂ ਸਾਡੇ ਭਲੇ ਲਈ ਲਿਖੇ ਗਏ। ਪਰਮਾਤਮਾ ਨੂੰ ਪਤਾ ਸੀ ਮੈਂ ਜੀਵ ਬਣਾਇਆ ਹੈ, ਇਹ ਅਗਿਆਨੀ ਹੈ। ਹਰ ਇੱਕ ਬੰਦਾ ਨਾ ਮੈਨੂੰ ਜਾਣਦਾ ਹੈ, ਨਾ ਮੇਰੇ ਨਾਲ ਗੱਲ ਕਰ ਸਕਦਾ ਹੈ। ਅਸੀਂ ਰੱਬ ਨੂੰ ਜਾਣਦੇ ਨਹੀਂ, ਅਸੀਂ ਰੱਬ ਨੂੰ ਵੇਖਿਆ ਨਹੀਂ, ਅਸੀਂ ਰੱਬ ਨਾਲ ਕਦੇ ਗੱਲਾਂ ਨਹੀਂ ਕੀਤੀਆਂ। ਇਸ ਲਈ ਪਰਮਾਤਮਾ ਨੇ ਪੈਗੰਬਰ ਭੇਜੇ, ਅਵਤਾਰ ਭੇਜੇ, ਗੁਰੂ ਭੇਜੇ, ਸਾਧੂ ਭੇਜੇ, ਉਹਨਾਂ ਨੂੰ ਆਪਣਾ ਗਿਆਨ ਦਿੱਤਾ। ਹੁਣ ਉਹ ਬ੍ਰਹਮ ਗਿਆਨੀ ਹੋ ਗਏ, ਫਿਰ ਉਹਨਾਂ ਨੇ ਪਰਮਾਤਮਾ ਦਾ ਸੁਨੇਹਾ ਆ ਕੇ ਸੰਸਾਰ ਨੂੰ ਦਿੱਤਾ। ਉਹ ਜਿਹੜਾ ਸੁਨੇਹਾ ਸੀ ਗੁਰੂਆਂ ਨੇ ਉਹਨੂੰ ਲਿਖਤੀ ਰੂਪ ਦਿੱਤਾ, ਸਾਡੇ ਸਾਹਮਣੇ ਆ ਗਏ ਹਨ। ਹੁਣ ਨਾ ਪਰਮਾਤਮਾ ਨੇ ਬਦਲਣਾ, ਨਾ ਉਹਦੇ ਸੁਨੇਹੇ ਨੇ ਬਦਲਣਾ, ਨਹੀਂ ਨਾ। ਅਸੀਂ ਤਾਂ ਬਦਲਣ ਯੋਗ ਹਾਂ। ਬਚਪਨ ਸਾਡੇ ਵਿਚਾਰ ਹੋਰ ਸਨ, ਜਵਾਨੀ 'ਚ ਹੋਰ, ਬੁਢਾਪੇ 'ਚ ਹੋਰ। ਅਸੀਂ ਬਦਲ ਰਹੇ ਹਾਂ, ਸਾਡੇ ਵਿਚਾਰ ਬਦਲ ਰਹੇ ਹਨ, ਪਰ ਨਾ ਰੱਬ ਨੇ ਬਦਲਣਾ, ਨਾ ਉਹਦੇ ਵਿਚਾਰ ਬਦਲਣੇ ਨੇ। ਗੁਰੂ ਨਾਨਕ ਦੇ ਜੋ ਵਿਚਾਰ 9 ਸਾਲ ਦੀ ਉਮਰ ਸਨ, ਉਹੀ ਵਿਚਾਰ ਉਹਨਾਂ ਦੇ 69 ਸਾਲ ਦੀ ਉਮਰ 'ਚ ਰਹੇ, ਅਖੀਰ ਤੱਕ ਉਹੀ ਵਿਚਾਰ ਰਹੇ। ਇਹ ਨਹੀਂ ਕਿ ਹਾਂ ਜੀ ਬਚਪਨ 'ਚ ਹੋਰ ਸਨ, ਜਵਾਨੀ 'ਚ ਹੋਰ ਸਨ, ਬੁਢਾਪੇ 'ਚ ਹੋਏ, ਉਹਦੇ ਰੱਬੀ ਵਿਚਾਰ ਸਨ। ਰੱਬੀ ਵਿਚਾਰ ਨਹੀਂ ਬਦਲਦੇ। 9 ਸਾਲ ਦੀ ਉਮਰ 'ਚ ਹੀ ਉਹਨਾਂ ਨੇ ਪੰਡਤ ਨੂੰ ਕਹਿਤਾ ਵੀ ਅਸੀਂ ਨਹੀਂ ਜਨੇਊ ਪਾਉਣਾ, ਇਹ ਨਹੀਂ ਪਾਉਣਾ। ਜੇ ਪਾਉਣੇ ਤਾਂ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ। ਜੇ ਤੇਰੇ ਕੋਲ ਇਹੋ ਜਿਹਾ ਜਨੇਊ ਹੈ ਤਾਂ ਪਾ ਦੇ, ਨਾ ਟੁੱਟੇ ਨਾ ਮਨ ਲੱਗੇ, ਨਾ ਜਲੇ ਨਾ ਜਾਏ। ਹੁਣ ਇਹੋ ਜਿਹਾ ਜਨੇਊ ਕੋਈ ਨਹੀਂ,
ਕਹਿਣ ਦਾ ਭਾਵ ਉਹਨਾਂ ਦਾ ਸੀ ਕਿ ਨਿਰੇ ਚਿੰਨ੍ਹ ਧਾਰਨ ਕਰਨ ਨਾਲ ਨਹੀਂ ਗੱਲ ਬਣਨੀ। ਜਨੇਊ ਦੇ ਮਗਰ ਜੋ ਭਾਵਨਾ ਹੈ, ਜਿੰਨਾ ਚਿਰ ਅਸੀਂ ਉਹ ਭਾਵਨਾ ਨੂੰ ਪੂਰੀ ਨਹੀਂ ਕਰਦੇ ਉਹਨਾਂ ਚਿਰ ਗੱਲ ਨਹੀਂ ਬਣੇਗੀ। ਨਹੀਂ ਤਾਂ ਰਸਮ ਹੋ ਜਾਏਗੀ, ਲੋਕ ਵਿਖਾਵਾ ਹੋ ਜਾਏਗਾ। ਜੋ 9 ਸਾਲ ਦੀ ਉਮਰ 'ਚ ਭਰੀ ਸਭਾ 'ਚ ਉਹਨਾਂ ਨੇ ਕਿਹਾ, 70 ਸਾਲ ਦੀ ਉਮਰ ਤੱਕ ਵੀ ਉਸੇ ਤਰ੍ਹਾਂ ਕਰਦੇ ਰਹੇ। ਕਿਉਂ? ਉਹ ਬ੍ਰਹਮ ਗਿਆਨੀ ਸਨ, ਉਹਨਾਂ ਦੇ ਵਿਚਾਰ ਵੀ ਰੱਬੀ ਵਿਚਾਰ ਹੋ ਗਏ। ਨਾ ਰੱਬ ਦੇ ਵਿਚਾਰ ਬਦਲਣ ਅਤੇ ਨਾ ਬ੍ਰਹਮ ਗਿਆਨੀ ਦੇ ਬਦਲਣ। ਇਸ ਲਈ ਬਾਣੀ ਨਹੀਂ ਬਦਲੇਗੀ। ਦਸਮ ਪਾਤਸ਼ਾਹ ਨੇ ਇਸ ਗੱਲ ਦਾ ਪਤਾ ਸੀ ਕਿ ਇਹ ਤਾਂ ਰੱਬੀ ਬੋਲਣੇ, ਨਾ ਰੱਬ ਨੇ ਬਦਲਣੇ, ਨਾ ਇਹਨਾਂ ਵਿਚਾਰਾਂ ਨੇ ਬਦਲਣਾ। ਇਸ ਲਈ ਕਹਿੰਦਾ ਜੁਗੋ ਜੁਗ ਟਲ, ਬਈ ਯੁੱਗ ਬਦਲਦੇ ਰਹਿਣਗੇ, ਤੁਹਾਡਾ ਗੁਰੂ ਇਹੀ ਰਹੇਗਾ। ਯੁੱਗ ਬਦਲਦੇ ਰਹਿਣਗੇ, ਸਮਾਂ ਬਦਲਦਾ ਰਹੇਗਾ, ਇਹ ਵਿਚਾਰ ਨਹੀਂ ਬਦਲਣਗੇ। ਇਹ ਹਰ ਯੁੱਗ ਦੇ ਵਿੱਚ ਇਹ ਵਿਚਾਰ ਤੁਹਾਡੇ ਕੰਮ ਆਉਣਗੇ। ਤੁਸੀਂ ਇਹਨਾਂ ਵਿਚਾਰਾਂ ਦੇ ਅਨੁਸਾਰ ਆਪਣਾ ਜੀਵਨ ਜਿਉਣਾ ਹੈ। ਤਾਂ ਆਪਾਂ ਕਥਾ ਵਾਰਤਾ ਕਰਦੇ ਆ, ਮੈਨੂੰ ਵੀ ਗੱਲ ਸਮਝ ਆਵੇ, ਆਪ ਜੀ ਨੂੰ ਆਵੇ, ਆਪਾਂ ਫਿਰ ਕੋਸ਼ਿਸ਼ ਕਰੀਏ। ਜੇ ਮੰਨ ਲਓ ਮੈਂ ਕਬੀਰ ਸਾਹਿਬ ਦੀ ਕਥਾ ਕਰ ਰਿਹਾ, ਤੁਸੀਂ ਸੁਣ ਰਹੇ ਹੋ, ਗੱਲ ਆਪਾਂ ਉਹਨਾਂ ਦੀ ਮੰਨਦੇ ਕੋਈ ਨਹੀਂ, ਉਹਨਾਂ ਦੀ ਕੋਈ ਖੁਸ਼ੀ ਨਹੀਂ ਹੋਵੇਗੀ। ਆਪ ਨੂੰ ਜ਼ਰੂਰ ਝੂਠੀ ਤਸੱਲੀ ਹੋ ਜਾਏਗੀ, ਮੈਨੂੰ ਅਰਥ ਆਉਂਦੇ ਨੇ, ਤੁਸੀਂ ਕਹੋ ਹਾਂ ਜੀ ਅਸੀਂ ਵੀ ਕਥਾ ਸੁਣ ਕੇ ਆਏ ਹਾਂ। ਅਗਰ ਮੰਨੀ ਨਾ, ਜੇ ਮੰਨੀ ਨਾ ਤਾਂ ਸਾਡੇ ਮੱਥੇ ਟੇਕੇ ਵੀ ਐਵੇਂ ਜਾਂਦੇ ਨੇ। ਉਹ ਤਾਂ ਫਿਰ ਬਾਣੀ ਜੀ ਨੇ ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ। ਗੁਰੂ ਨੂੰ ਜਾ ਕੇ ਸਲਾਮ ਵੀ ਕੀਤੀ, ਗੋਡੇ ਵੀ ਟੇਕੇ, ਡੰਡੌਤ ਵੀ ਕੀਤੀ, ਅਤੇ ਗੁਰੂ ਬਾਰੇ ਕਿਹਾ ਸਿੱਖਾ ਇਸ ਤਰ੍ਹਾਂ ਕਰਨਾ ਜੀ। ਇਹ ਤਾਂ ਨਹੀਂ ਹੁੰਦਾ, ਜੋ ਉਹਦੇ ਤਾਂ ਨਹੀਂ ਖੁਸ਼ੀ ਮਿਲੇਗੀ। ਨੂੰਹ ਸਵੇਰੇ ਉੱਠੀ ਹੈ, ਨਹਾਤੀ ਧੋਤੀ ਹੈ, ਸੱਸ ਵੀ ਉੱਠ ਪਈ ਹੈ, ਜਾ ਕੇ ਸੱਸ ਨੂੰ ਮੱਥਾ ਟੇਕਿਆ ਪੈਰਾਂ 'ਤੇ। ਉਹ ਕਿ ਜਿਉਂਦੀ ਰਹੇ, ਬੁੜ ਸੁਹਾਗਣ ਹੋਵੇ, ਸਾਈਂ ਜੀ ਵੀ, ਬੱਚੇ ਹੋਣ, ਪੁੱਤਰ ਹੋਵੇ, ਅਸੀਸਾਂ ਦਿੰਦੀ ਹੈ। ਜਦ ਤੁਸੀਂ ਮੱਥਾ ਟੇਕੋਗੇ ਅਸੀਸ ਮਿਲੇਗੀ। ਸਤਿ ਸ੍ਰੀ ਅਕਾਲ ਬੁਲਾਓਗੇ, ਫਤਿਹ ਬੁਲਾਓਗੇ, ਕੋਈ ਅਸੀਸ ਨਹੀਂ ਮਿਲੇਗੀ। ਤੁਸੀਂ ਕਿਹਾ ਮਾਤਾ ਜੀ ਸਤਿ ਸ੍ਰੀ ਅਕਾਲ, ਕੋਈ ਕਹੇ ਧੀਏ ਸਤਿ ਸ੍ਰੀ ਅਕਾਲ, ਅਤੇ ਮਾਤਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ, ਉਹ ਕਹੇ ਬੇਟਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਅਸੀਸ ਤਾਂ ਮਿਲੀ ਨਾ। ਅਸੀਸ ਤਾਂ ਜਦ ਤੁਸੀਂ ਝੁਕੋਗੇ ਫਿਰ ਮਿਲੇਗੀ। ਹੁਣ ਇੱਕ ਸਿੱਖ ਆ ਜਾਏ, ਖੜਾ ਹੋ ਕੇ ਕਹੇ ਹਾਂਜੀ ਦਸਮ ਪਾਤਸ਼ਾਹ ਕਹਿੰਦੇ ਭਾਈ ਫਤਿਹ ਬੁਲਾਈ ਦੀ, ਗੁਰੂ ਨੂੰ ਕਹੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਚਲੋ ਉੱਥੇ ਬਹਿ ਜਾ ਕੇ। ਹੋ ਸਕਦਾ ਐਸਾ ਸਮਾਂ ਵੀ ਆ ਜਾਵੇ, ਕਿਉਂਕਿ ਪ੍ਰਚਾਰ ਕੁਛ ਇਹੋ ਜਿਹਾ ਹੀ ਚੱਲ ਰਿਹਾ ਵੀ ਫਤਿਹ ਬੁਲਾਇਆ ਕਰੋ, ਮੱਥੇ ਨਾ ਟੇਕਿਆ ਕਰੋ ਸੰਤਾਂ ਮਹਾਤਮਾ ਨੂੰ। ਉਹ ਲੋਕ ਕਹਿੰਦਾ ਫਿਰ ਸੰਤਾਂ ਮਹਾਤਮਾ ਆਪਾਂ ਗੁਰੂ ਨੂੰ ਵੀ ਟੇਕਦੇ, ਫਤਿਹ ਵੀ ਬੁਲਾਉਣੀ ਹੈ, ਖੜ ਕੇ ਕਹਦੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਵੀ ਕਹਿੰਦੇ ਵਾਹਿਗੁਰੂ ਖਾਲਸਾ ਸਿੱਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਸ ਤਾਂ ਮਿਲੀ ਨਾ। ਅਸੀਸ ਮਿਲੂਗੀ ਤਾਂ ਕਰਮ ਬਦਲਣਗੇ, ਅਸੀਸ ਮਿਲੇ ਨਹੀਂ ਕਰਮ ਬਦਲਣੇ ਕੋਈ ਨਹੀਂ, ਕਰਮ ਬਦਲਣੇ। ਜਦੋਂ 6ਵੇਂ ਪਾਤਸ਼ਾਹ ਆਗਰੇ ਗਏ ਜਹਾਂਗੀਰ ਦੇ ਨਾਲ, ਉੱਥੇ ਸਰਾਰਦੀਨ ਕਾਜ਼ੀ ਵੀ ਆ ਗਏ। ਹੁਣ ਪਤਾ ਲੱਗਾ ਗੁਰੂ ਨਾਨਕ ਦੀ ਗੱਦੀ ਦੇ 6ਵੇਂ ਪਾਤਸ਼ਾਹ ਨੇ ਆ ਕੇ ਵੀ ਦਰਸ਼ਨ ਕਰਦੇ। ਚਲੋ ਸਾਰੇ ਮੱਥਾ ਟੇਕ ਰਹੇ ਨੇ ਗੁਰੂ ਮਹਾਰਾਜ ਦੇ ਚਰਨਾਂ 'ਤੇ। ਉਹ ਵੇਖ ਰਿਹਾ, ਉਹਨਾਂ ਦੇ ਨਹੀਂ ਰਿਵਾਜ਼ ਹੋਣਾ। ਉਹ ਬੜਾ ਹੈਰਾਨ ਹੋਇਆ ਜਦੋਂ ਸਾਰੇ ਮੱਥਾ ਟੇਕ ਹਟੇ। ਗੁਰੂ ਮਹਾਰਾਜ ਪੁੱਛਦੇ ਮਹਾਰਾਜ ਜੀ ਵੀ ਸਿੱਖ ਤੁਹਾਡੇ ਚਰਨਾਂ 'ਤੇ ਮੱਥਾ ਕਿਉਂ ਟੇਕਦੇ ਨੇ? ਕਹਿੰਦੇ ਕੋਈ ਤੈਨੂੰ ਦੱਸ ਦਿੰਦੇ। ਇੱਕ ਸਿੱਖ ਨੂੰ ਕਹਿੰਦੇ ਸਾਡੀ ਮੋਹਰ ਲੈ ਕੇ ਆ। 6ਵੇਂ ਪਾਤਸ਼ਾਹ ਸਨ ਕਿ 10ਵੇਂ ਪਾਤਸ਼ਾਹ ਸਨ, ਦੋਨਾਂ 'ਚ ਇੱਕ ਸੀ, ਕਿ ਸਾਡੀ ਮੋਹਰ ਲੈ ਕੇ ਆ। ਉਦੋਂ ਫਾਰਸੀ ਦਾ ਸਮਾਂ ਸੀ, ਰਾਸ਼ਟਰੀ ਭਾਸ਼ਾ ਫਾਰਸੀ ਸੀ, ਇਸ ਲਈ ਗੁਰੂ ਮਹਾਰਾਜ ਦੀ ਮੋਹਰ ਵੀ ਫਾਰਸੀ ਸੀ। ਜਿਨ੍ਹਾਂ ਨੂੰ ਪਤਾ ਹੈ ਮੋਹਰ ਕਦੇ ਦੇਖੀ ਹੈ, ਪਤਾ ਹੈ ਅੱਖਰ ਪੁੱਠੇ ਹੁੰਦੇ ਨੇ। ਉਂਝ ਮੋਹਰ ਪੜ੍ਹਨੀ ਬੜੀ ਔਖੀ ਹੈ, ਜਦੋਂ ਕਾਗਜ਼ 'ਤੇ ਲੱਗਦੀ ਹੈ ਫਿਰ ਅੱਖਰ ਸਿੱਧੇ ਹੋ ਜਾਂਦੇ ਨੇ। ਕਹਿੰਦੇ ਕਾਜ਼ੀ ਜੀ ਪੜ੍ਹੋ ਕੀ ਲਿਖਿਆ? ਕਹਿੰਦੇ ਜੀ ਤਾਂ ਅੱਖਰ ਪੁੱਠੇ ਨੇ, ਪੜ੍ਹ ਨਹੀਂ ਹੁੰਦੇ। ਸਿੱਖ ਨੂੰ ਕਹਿੰਦੇ ਵੀ ਇਹ ਕਾਗਜ਼ 'ਤੇ ਮੋਹਰ ਲਾ ਦੇ। ਹੁਣ ਮੋਹਰ ਲੱਗੇ ਕਾਜ਼ੀ ਹੁਣ ਪੜ੍ਹੋ,
ਉਸ ਅੱਖਰ ਸਿੱਧੇ ਹੋ ਗਏ, ਪੜ੍ਹਤੇ। ਕਹਿੰਦੇ ਕਾਜ਼ੀ ਜੀ, ਹਰ ਇਨਸਾਨ ਚੰਗੇ ਮੰਦੇ ਕਰਮ ਕਰਦਾ ਰਹਿੰਦਾ ਹੈ। ਸਿੱਖ ਨੇ ਪਿਛਲੇ ਜਨਮਾਂ 'ਚ ਮਾੜੇ ਕੰਮ ਕੀਤੇ, ਉਹਦੇ ਲੇਖ ਪੁੱਠੇ ਲਿਖੇ ਗਏ। ਜਦੋਂ ਸਾਡੇ ਚਰਨਾਂ 'ਤੇ ਆ ਕੇ ਮੱਥਾ ਟੇਕਦੇ ਨੇ, ਉਹਦੇ ਲੇਖ ਸਿੱਧੇ ਹੋ ਜਾਂਦੇ ਨੇ। ਜਿਵੇਂ ਆ ਮੋਹਰ ਹੈ, ਅੱਖਰ ਪੁੱਠੇ ਸਨ, ਜਦੋਂ ਕਾਗਜ਼ 'ਤੇ ਲਾਈ ਅੱਖਰ ਸਿੱਧੇ ਹੋ ਗਏ। ਜਦੋਂ ਸਿੱਖ ਆਪਣੇ ਗੁਰੂ ਦੇ ਚਰਨਾਂ 'ਤੇ ਮੱਥਾ ਟੇਕਦੇ ਨੇ, ਉਹਦੇ ਮੱਥੇ ਦੇ ਲੇਖ ਹੀ ਬਦਲ ਜਾਂਦੇ ਨੇ। ਐਵੇਂ ਨਹੀਂ ਦੁਨੀਆ ਮੱਥੇ ਟੇਕਦੀ। ਦਰਸ਼ਨਾਂ ਦਾ ਆਪਣਾ ਫਲ ਹੈ। ਗੁਰੂ ਦੇ ਦਰਸ਼ਨ ਸਿਰਫ ਦਰਸ਼ਨਾਂ ਦਾ ਹੀ ਆਪਣਾ ਫਲ ਹੈ। ਗੁਰੂ ਲਈ ਤੁਸੀਂ ਘਰੋਂ ਕੁਝ ਵੀ ਚੀਜ਼ ਲੈ ਆਓ, ਇੱਕ ਫੁੱਲ ਹੀ, ਭਾਵੇਂ ਗਰੀਬ ਇੱਕ ਫੁੱਲ ਹੀ ਲੈ ਕੇ ਆ ਰਿਹਾ। ਗੁਰੂ ਮਹਾਰਾਜ ਅਮੀਰੀ ਗਰੀਬੀ ਨਹੀਂ ਵੇਖਦੇ, ਗੁਰੂ ਮਹਾਰਾਜ ਦੀ ਸ਼ਰਧਾ ਵੇਖਦੇ ਨੇ ਕਿ ਮੇਰੇ ਸਿੱਖ 'ਚ ਸ਼ਰਧਾ ਕਿੰਨੀ ਮੇਰੇ ਪ੍ਰਤੀ, ਕਿੰਨਾ ਇਹਦੇ ਦਿਲ 'ਚ ਮੇਰੇ ਪ੍ਰਤੀ ਪਿਆਰ ਹੈ, ਉਸ ਨੂੰ ਵੇਖਦੇ ਨੇ। ਫੁੱਲ ਹੀ ਲੈ ਆਓ ਸ਼ਰਧਾ ਨਾਲ। ਤੁਸੀਂ ਗਰੀਬ ਹੋ, ਨਹੀਂ ਹਾਰ ਖਰੀਦ ਸਕਦੇ, 50-60 ਦਾ ਜਿੰਨੇ ਦਾ ਵੀ ਆਉਂਦਾ ਹੋਏਗਾ। ਇੱਕ ਫੁੱਲ ਤੇ ਉਂਝ ਵੀ ਦੇ ਦਿੰਦਾ, ਜੇ ਹਾਰ ਵਾਲੇ ਕਿ ਭਾਈ ਇੱਕ ਫੁੱਲ ਦੇ ਦੇ, ਅਤੇ ਉਹਨੂੰ ਕਿ ਕੀ ਲੈਂਗਾ, ਕਿ ਭਾਈ ਲੈ ਜਾ ਤੂੰ ਫੁੱਲ, ਸ਼ਾਇਦ ਨਾ ਲਵੇ ਕੁਛ, ਫੁੱਲ ਹੈ। ਪਰ ਅੰਦਰ ਸ਼ਰਧਾ ਭਾਵਨਾ ਹੈ, ਉਹਦੇ ਇੱਕ ਫੁੱਲ ਵੀ ਮਨਜ਼ੂਰ ਹੈ। ਅੰਦਰ ਸ਼ਰਧਾ ਭਾਵਨਾ ਨਹੀਂ, ਅਮੀਰੀ ਭਾਵ ਹੈ ਵੀ ਮੈਂ ਹਾਰ ਇੰਨਾ 100 ਰੁਪਏ ਵਾਲਾ ਲੈ ਕੇ ਚੱਲਿਆ ਹਾਂ, ਉਸ ਦਾ ਗੁਰੂ ਮਹਾਰਾਜ ਉਹਦੇ ਹਾਰ ਵੇਖਣ ਵੀ ਨਾ। ਗੱਲ ਸ਼ਰਧਾ ਭਾਵਨਾ ਦੀ ਹੁੰਦੀ ਹੈ ਕਿ ਜਿਹਦੇ ਕੋਲ ਅਸੀਂ ਚੱਲੇ ਉਹਦੇ ਪ੍ਰਤੀ ਸਾਡੀ ਕਿੰਨੀ ਸ਼ਰਧਾ ਹੈ, ਅਤੇ ਅਸੀਂ ਉਸ ਸ਼ਰਧਾ ਨੂੰ ਕਿਵੇਂ ਪੇਸ਼ ਕਰਦੇ ਹਾਂ। ਸੋ ਇਸ ਲਈ ਗੁਰੂ ਦੇ ਦਰਸ਼ਨਾਂ ਦਾ ਆਪਣਾ ਫਲ ਹੈ, ਗੁਰੂ ਨੂੰ ਮੱਥਾ ਟੇਕਣ ਦਾ ਆਪਣਾ ਫਲ ਹੈ, ਗੁਰੂ ਦੀ ਗੱਲ ਸੁਣਨ ਦਾ ਆਪਣਾ ਫਲ ਹੈ, ਅਤੇ ਗੁਰੂ ਦੀ ਗੱਲ ਮੰਨਣ ਦਾ ਜਿਹੜਾ ਫਲ ਹੈ ਉਹ ਤਾਂ ਵਰਣਨ ਹੀ ਨਹੀਂ ਕੀਤਾ ਜਾ ਸਕਦਾ। ਮੰਨੇ ਕੀ ਗਤ ਕਹੀ ਨਾ ਜਾਏ, ਉਹ ਤਾਂ ਅਵਸਥਾ ਹੀ ਨਹੀਂ ਦੱਸੀ ਜਾ ਸਕਦੀ ਵੀ ਕਿੰਨੀ ਅਵਸਥਾ ਉੱਚੀ ਹੈ ਜਿਹਨੇ ਗੁਰੂ ਦੀ ਗੱਲ ਨੂੰ ਮੰਨ ਲਿਆ। ਸੋ ਅਸੀਂ ਇੱਥੇ ਪਹੁੰਚਣਾ। ਸ਼ੁਰੂ ਭੇਟਾ ਤੋਂ ਕਰਨਾ। ਕਿਸੇ ਸਿਆਣੇ ਕਹਿੰਦੇ ਸਾਧੂ ਕੋਲ ਜਾਈਏ, ਗੁਰੂ ਕੋਲ ਜਾਈਏ, ਕਦੇ ਖਾਲੀ ਹੱਥ ਨਹੀਂ ਜਾਈਦਾ, ਭੇਟਾ ਲੈ ਕੇ ਜਾਈਦੀ ਹਮੇਸ਼ਾ, ਕੁਛ ਨਾ ਕੁਛ ਲੈ ਕੇ ਜਾਈਦਾ। ਪਹਿਲਾਂ ਰਾਜਿਆਂ ਵੇਲੇ ਇੱਕ ਹੁੰਦਾ ਸੀ ਨਜ਼ਰਾਨਾ, ਨਜ਼ਰਾਨਾ, ਇੱਕ ਹੁੰਦਾ ਸੀ ਜੁਰਮਾਨਾ, ਇੱਕ ਹੁੰਦਾ ਸੀ ਸ਼ੁਕਰਾਨਾ। ਮੁਕੱਦਮਾ ਚੱਲ ਰਿਹਾ, ਦੋਨੋਂ ਪਾਰਟੀਆਂ ਰਾਜ ਲਈ ਨਜ਼ਰਾਨਾ ਲੈ ਕੇ ਆਈ, ਕੁਛ ਨਾ ਕੁਛ ਪੈਸੇ ਜਾਂ ਮਠਿਆਈ ਜਾਂ ਕੁਛ ਹੋਰ, ਦੋਨਾਂ ਨੇ ਮੱਥਾ ਟੇਕਦਾ ਰਾਜੇ ਨੂੰ। ਫਿਰ ਰਾਜੇ ਨੇ ਫੈਸਲਾ ਸੁਣਾਇਆ, ਇੱਕ ਨੂੰ ਜੁਰਮਾਨਾ ਕਰਤਾ, ਜੁਰਮਾਨਾ ਕਰਤਾ, ਉਹ ਜੁਰਮਾਨਾ ਰਾਜੇ ਨੂੰ ਦੇ ਰਿਹਾ ਹੈ। ਫਿਰ ਜਿਹੜਾ ਜਿੱਤ ਗਿਆ ਹੈ ਉਹ ਸ਼ੁਕਰਾਨੇ ਵਜੋਂ ਕੁਝ ਦੇ ਰਿਹਾ ਹੈ। ਦੇਖੋ ਰਾਜਨੀਤਿਕ ਬੰਦੇ ਕਿੰਨੇ ਚਲਾਕ ਨੇ। ਜਿਵੇਂ ਧੀਆਂ ਭੈਣਾਂ ਕੀ ਹੈ, ਤੁਸੀਂ ਮਿਲਣ ਚਲੇ ਜਾ ਆਪਣੀ ਭੈਣ ਨੂੰ, ਉਹ ਕਹੇ ਵੀਰ ਕੀ ਲੈ ਕੇ ਆਇਆ, ਅਤੇ ਜਾਂਦਿਆਂ ਕੀ ਦੇ ਕੇ ਚੱਲਿਆ। ਬਾਪੂ ਆਇਆ, ਬੇਬੇ ਆਈ ਹੈ, ਕੀ ਲੈ ਕੇ ਆਏ ਨੇ, ਅਤੇ ਜਾਂਦੇ ਮੈਨੂੰ ਕੀ ਦੇ ਕੇ ਚੱਲੇ ਨੇ। ਧੀ ਉਮੀਦ ਰੱਖਦੀ ਹੈ, ਧੀ ਦੇ ਘਰ, ਭੈਣ ਦੇ ਘਰ ਖਾਲੀ ਹੱਥ ਨਹੀਂ ਜਾਈਦਾ, ਕੋਈ ਨਾ ਕੋਈ ਲੈ ਕੇ ਜਾਈਦਾ। ਨਜ਼ਰਾਨਾ, ਜੁਰਮਾਨਾ, ਸ਼ੁਕਰਾਨਾ, ਦੋਨੋਂ ਤੋਂ ਲੈ ਲੈਣੇ ਨੇ। ਸੋ ਇਸ ਤਰ੍ਹਾਂ ਚਲੋ ਗੁਰੂ ਵਾਲੇ ਸਾਨੂੰ ਜੁਰਮਾਨਾ ਤਾਂ ਕੋਈ ਨਹੀਂ ਕਰਨਾ, ਆਪਾਂ ਸਿੱਖ ਕਰਦੇ ਨਜ਼ਰਾਨਾ ਲੈ ਕੇ ਜਾਂਦਾ, ਚਾਹੇ 1 ਰੁਪਈਆ ਮੱਥਾ ਟੇਕੇ, ਚੁਆਨੀ ਟੇਕੇ, ਕੋਈ ਫੁੱਲ ਟੇਕੇ, ਕੁਛ ਤਾਂ ਕੁਝ ਜ਼ਰੂਰ ਸਿੱਖ ਟੇਕਦਾ। ਫਿਰ ਉਹਦਾ ਜੇ ਕੰਮ ਹੋ ਗਿਆ, ਸ਼ੁਕਰਾਨੇ ਵਜੋਂ ਕੋਈ ਹੋਰ ਭੇਟਾ ਕਰ ਸਕਦਾ, ਕੋਈ ਪਾਠ ਕਰਾ ਸਕਦਾ, ਕੋਈ ਲੰਗਰ ਲਾ ਸਕਦਾ ਹੈ, ਇਸ ਤਰ੍ਹਾਂ ਕਰਦਾ। ਸੋ ਇਸ ਲਈ ਕਬੀਰ ਸਾਹਿਬ ਜਿਹੜਾ ਸਾਨੂੰ ਸਮਝਾ ਰਹੇ ਨੇ ਵੀ ਜਿਹੜਾ ਸਰੋਵਰ ਹੈ ਉਹਦੇ ਨੱਕੋ ਨੱਕ ਭਰਿਆ ਹੋਇਆ ਅੰਮ੍ਰਿਤ। ਹੁਣ ਪੀਣ ਵਾਲੇ ਕੋਈ ਨਹੀਂ, ਪੀਣ ਵਾਲਾ ਗਾਹਕ ਹੀ ਕੋਈ ਨਹੀਂ ਹੈਗਾ। ਕਬੀਰ ਕਹਿੰਦੇ ਵੀ ਹੇ ਕਬੀਰ ਤੇਰੇ ਵੱਡੇ ਭਾਗ ਨੇ, ਆ ਤੈਨੂੰ ਸਰੋਵਰ ਮਿਲ ਗਿਆ ਭਰਿਆ ਹੋਇਆ, ਆਪਣੇ ਬੁੱਕ ਭਰ ਕੇ ਪੀਵੀ ਜਾ। ਕਬੀਰ ਪ੍ਰਭਾਤੇ ਤਾਰੇ ਖਿਸੈ, ਤਿਉ ਇਹ ਖਿਸੈ ਸਰੀਰ, ਇਹ ਦੋਏ ਅੱਖਰ ਨਾ ਖਿਸੈ, ਸੋ ਗਹਿ ਰਹਿਓ ਕਬੀਰ। ਪ੍ਰਭਾਤੇ ਜੋ ਦਿਨ ਚੜ੍ਹ ਜਾਂਦਾ ਹੈ, ਤਾਰੇ ਖਿਸੈ, ਤਾਰੇ ਦੇ ਸੁਨੜ ਜਾਂਦੇ ਨੇ। ਇਹ ਨਹੀਂ ਕਿ ਤਾਰੇ ਕੋਈ ਛਿਪ ਗਏ ਨੇ,
ਤਾਰੇ ਚੰਨ ਸੂਰਜ ਉਸੇ ਤਰ੍ਹਾਂ ਹੀ ਰਹਿੰਦੇ ਨੇ, ਉਹ ਤਾਂ ਉਸੇ ਤਰ੍ਹਾਂ ਰਹਿੰਦੇ ਨੇ। ਸਿਰਫ ਇੰਨਾ ਕਿ ਧਰਤੀ ਘੁੰਮਣ ਕਾਰਨ ਜਿਹੜਾ ਸੂਰਜ ਪਹਿਲਾਂ ਧਰਤੀ ਦੇ ਇਸ ਪਾਸੇ ਜਦੋਂ ਧਰਤੀ ਘੁੰਮ ਗਈ ਉਹ ਦੂਜੇ ਪਾਸੇ ਨੂੰ ਹੋ ਗਿਆ। ਸੂਰਜ ਹੈ, ਤਾਰੇ ਵੀ ਹਨ, ਚੰਨ ਵੀ ਹੈ, ਪਰ ਸਾਡੀ ਧਰਤੀ ਘੁੰਮਣ ਕਾਰਨ ਸਾਨੂੰ ਐਂ ਲੱਗਦਾ ਇਹ ਛਿਪ ਗਏ ਨੇ। ਸੂਰਜ ਛਿਪ ਗਿਆ ਜੀ, ਚੰਨ ਅਜੇ ਨਹੀਂ ਚੜ੍ਹਿਆ ਜੀ। ਆਪਾਂ ਰਾਜ ਕਹਿੰਦੇ ਚੰਨ ਨਹੀਂ ਅਜੇ ਚੜ੍ਹਿਆ, ਟਾਈਮ ਨਹੀਂ ਨਾ ਹੋਇਆ ਜੀ। ਹਾਂ, ਕਹਿੰਦੇ ਜਿਵੇਂ ਸਵੇਰ ਹੁੰਦੀ ਹੈ ਅਤੇ ਤਾਰੇ ਦਿਸਣੋਂ ਹਟ ਜਾਂਦੇ ਨੇ, ਇਸੇ ਤਰ੍ਹਾਂ ਤਿਉਂ ਇਹ ਖਿਸਾ ਸਰੀਰ, ਇੱਕ ਦਿਨ ਇਹ ਸਰੀਰ ਵੀ ਨਹੀਂ ਰਹਿਣਾ। ਜਿਵੇਂ ਦਿਨ ਚੜ੍ਹਿਆ ਅਤੇ ਤਾਰੇ ਦਿਸਣੋਂ ਹਟ ਕੇ ਸਾਡੇ ਪਣੇ ਤਾਰੇ ਹੁਣ ਨਹੀਂ ਰਹੇ, ਇਸੇ ਤਰ੍ਹਾਂ ਇੱਕ ਦਿਨ ਸਰੀਰ ਨੇ ਵੀ ਨਹੀਂ ਰਹਿਣਾ। ਇਹ ਦੋਏ ਅੱਖਰ ਨਾ ਖਿਸੈ, ਦੋ ਅੱਖਰ, ਕਿਉਂ ਕਬੀਰ ਸਾਹਿਬ ਰਾਮ 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 ਕਰਦੇ ਸੀ, ਦੋ ਹੀ ਅੱਖਰ ਹਰਾ ਮੰਮਾ, ਇਹ ਦੋ ਅੱਖਰ ਨੇ। ਇਹ ਕਹਿੰਦੇ ਪਰਮਾਤਮਾ ਦੇ ਨਾਮ ਦੇ ਜਿਹੜੇ ਦੋ ਅੱਖਰ ਨੇ ਨਾ, ਇਹ ਨਹੀਂ ਨਾਸ ਹੋਣੇ, ਇਹ ਸਦਾ ਰਹਿਣੇ ਨੇ। ਦਿਨ ਚੜ੍ਹਦਾ, ਸੂਰਜ ਵੀ ਜਿਹੜੇ ਤਾਰੇ ਦਿਸਣੋਂ ਹਟ ਜਾਂਦੇ ਨੇ, ਚੰਨ ਦਿਸਣੋਂ ਹਟ ਜਾਂਦਾ ਹੈ, ਕਿਉਂਕਿ ਸੂਰਜ ਚੜ੍ਹ ਪਿਆ ਹੈ, ਉਹ ਦੂਜੀ ਚੀਜ਼ ਦਿਸਣੋਂ ਹਟ ਜਾਂਦੀਆਂ ਨੇ। ਇਸੇ ਤਰ੍ਹਾਂ ਕਹਿੰਦੇ ਜਿਵੇਂ ਉਹ ਦਿਸਣੋਂ ਹਟ ਜਾਂਦੇ ਨੇ, ਖਤਮ ਹੋ ਜਾਂਦੇ, ਇਸ ਤਰ੍ਹਾਂ ਇਹ ਸਰੀਰ ਵੀ ਨਹੀਂ ਰਹਿਣਾ, ਇਹ ਵੀ ਇੱਕ ਦਿਨ ਖਤਮ ਹੋ ਜਾਣਾ। ਪਰ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਦੋ ਅੱਖਰ ਨੇ, ਇਹ ਸਦਾ ਹੀ ਰਹਿਣੇ ਨੇ, ਇਹ ਨਹੀਂ ਨਾਸ਼ ਹੋਣੇ, ਇਹ ਨਹੀਂ ਕਿਤੇ ਛਿਪਣੇ। ਸੋ ਗਹਿ ਰਹਿਓ ਕਵੀ, ਗਹਿ ਹਿੰਦੀ ਸ਼ਬਦ ਪਕੜਨਾ, ਗਹਿ ਮੈਨੇ ਪਕੜਨਾ। ਇਸ ਲਈ ਕਬੀਰ ਨੇ ਕਹਿੰਦੇ ਦੋਨੋਂ ਅੱਖਰਾਂ ਨੂੰ ਫੜ ਕੇ ਰੱਖਿਆ ਹੋਇਆ, ਭਾਵ ਮੈਂ ਤਾਂ ਰਾਮ 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 ਕਰਦਾ ਰਹਿਣਾ, ਕਿਉਂ ਮੈਨੂੰ ਪਤਾ ਹੈ ਵੀ ਜੇ ਤਾਰੇ ਨਹੀਂ ਨਾ ਦਿਸੇ ਅਤੇ ਸਰੀਰ ਵੀ ਇੱਕ ਦਿਨ ਨਹੀਂ ਰਹਿਣਾ, ਪਰ ਇਹ ਪਰਮਾਤਮਾ ਦੇ ਨਾਮ ਨੇ ਤਾਂ ਰਹਿਣਾ। ਮੇਰੇ ਜਿਉਂਦਿਆਂ ਵੀ ਰਹੂਗਾ, ਜਦੋਂ ਮੈਂ ਸਰੀਰ ਛੱਡ ਜਾਵਾਂਗਾ ਮੇਰੇ ਨਾਲ ਹੀ ਜਾਊਗਾ, ਇਹ ਤਾਂ ਹਮੇਸ਼ਾ ਰਹਿਣਾ। ਇੱਕ ਨਾਮ ਹੈ ਪਰਮਾਤਮਾ। ਜਿਹੜੇ ਸਾਡੇ ਕਰਮ ਨੇ ਇਹ ਨਾਲ ਜਾਂਦੇ ਨੇ, ਜੋ ਇਹਨਾਂ ਅੱਖਾਂ ਨਾਲ ਜੋ ਦਿਸ ਰਿਹਾ ਸਾਨੂੰ ਇਹ ਸੰਸਾਰ, ਉਹ ਤਾਂ ਇੱਥੇ ਰਹਿ ਜਾਣਾ। ਜੋ ਅੱਖਾਂ ਨਾਲ ਸਾਨੂੰ ਕੁਛ ਦਿਸ ਰਿਹਾ ਹੈ, ਉਹ ਕੋਈ ਵੀ ਚੀਜ਼ ਮਰਨ ਤੋਂ ਬਾਅਦ ਸਾਡੇ ਨਾਲ ਨਹੀਂ ਜਾਣੀ। ਸਾਡੇ ਨਾਲ ਸਿਰਫ ਸਾਡੇ ਕਰਮ ਜਾਣੇ, ਚੰਗੇ ਜਾਂ ਮੰਦੇ। ਭਜਨ ਬੰਦਗੀ ਵੀ ਇੱਕ ਕਰਮ ਹੈ, ਨਾਲ ਜਾਣਾ। ਜੋ ਅਸੀਂ ਕਰਮ ਕੀਤੇ ਨੇ ਇਹ ਨਾਲ ਜਾਂਦੇ ਨੇ, ਇਹੀ ਕਰਮ ਅਗਲੇ ਜਨਮ 'ਚ ਸਾਡੀ ਕਿਸਮਤ ਬਣਦੇ ਨੇ। ਹਰ ਇੱਕ ਇਨਸਾਨ ਨੇ ਆਪਣੇ ਕਰਮ ਭੋਗਣੇ ਨੇ, ਪਰ ਇਹ ਅਗਿਆਨੀ ਬੰਦਾ, ਇਹਨੂੰ ਸਮਝ ਨਹੀਂ ਹੈਗੀ ਵੀ ਤੂੰ ਹੀ ਭੋਗਣੇ ਨੇ। ਅੱਜ ਤੂੰ ਕਿਸੇ ਦਾ ਨੁਕਸਾਨ ਕਰ ਰਿਹਾ, ਕੱਲ੍ਹ ਨੂੰ ਤੇਰਾ ਹੋ ਜਾਣਾ ਹੈ। ਅੱਜ ਤੂੰ ਕਿਸੇ ਨੂੰ ਮਾਰ ਰਿਹਾ, ਕੱਲ੍ਹ ਨੂੰ ਤੂੰ ਮਰੇਗਾ। ਅੱਜ ਤੂੰ ਕਿਸੇ 'ਤੇ ਜ਼ੁਲਮ ਕਰ ਰਿਹਾ, ਕੱਲ੍ਹ ਨੂੰ ਤੇਰੇ 'ਤੇ ਹੋਵੇਗਾ। ਇਹ ਤਾਂ ਕਰਮ ਤੇ ਭੋਗਣੇ ਹੀ ਭੋਗਣੇ ਨੇ। ਐਕਸ਼ਨ ਦਾ ਰਿਐਕਸ਼ਨ ਤਾਂ ਹੋਣਾ ਹੀ ਹੋਣਾ ਜੀ, ਕਰਮਾਂ ਤੋਂ ਨਹੀਂ ਕੋਈ ਬਚ ਸਕਦਾ। ਤੁਸੀਂ ਨਿੰਦਿਆ ਕਰ ਰਹੇ ਹੋ ਕਿਸੇ ਦੀ, ਕੱਲ੍ਹ ਨੂੰ ਤੁਹਾਡੀ ਨਿੰਦਿਆ ਹੋਵੇਗੀ, ਉਹ ਕਰਮ ਬਣ ਗਏ ਨੇ। ਇੱਕ ਨੂੰਹ ਸੱਸ ਦੀ ਨਹੀਂ ਬਣਦੀ, ਸੱਸ ਨੂੰਹ ਦੀ ਨਿੰਦਿਆ ਕਰੇ, ਨੂੰਹ ਸੱਸ ਦੀ ਨਿੰਦਿਆ ਕਰ ਰਹੀ ਹੈ। ਨਹੀਂ, ਨਿੰਦਿਆ ਕਰਨੀ ਬੰਦ ਕਰ ਦਿਓ, 1 ਮਹੀਨੇ ਦੇ ਵਿੱਚ ਪਿਆਰ ਹੋ ਜਾਏਗਾ। ਮੇਰੇ ਕੋਲ ਬੀਬੀ ਇੱਕ ਹੀ ਆਉਂਦੀ ਹੈ ਜੀ, ਮੇਰਾ ਘਰ ਵਾਲਾ ਸ਼ਰਾਬ ਪੀਂਦਾ ਜੀ, ਮੇਰਾ ਘਰ ਮੇਰੇ ਨਾਲ ਲੜਦਾ, ਮੈਂ ਇੱਕ ਸ਼ਰਤ ਹੈ ਉਹ ਮੰਨਣੀ ਪਏਗੀ। ਆਹ ਪਾਠ ਕਰ, ਆਪਣੇ ਘਰ ਵਾਲੇ ਨਹੀਂ ਦੱਸਣਾ ਵੀ ਮੈਂ ਤੇਰੇ ਲਈ ਪਾਠ ਕਰਦੀ, ਨਹੀਂ ਤਾਂ ਜਲ ਨਹੀਂ ਪੀਣਾ, ਉਹਨੂੰ ਜਲ ਪਿਲਾਉਣਾ, ਇਹ ਪਾਠ ਕਰ। ਤੀਜੀ ਮੇਰੀ ਸ਼ਰਤ ਹੈ, ਉਹਨੂੰ 40 ਦਿਨ ਕੁਛ ਨਹੀਂ ਕਹਿਣਾ, 40 ਦਿਨ ਉਹਦੀ ਬਦਨਾਮੀ ਕਿਸੇ ਕੋਲ ਨਹੀਂ ਕਰਨੀ। ਮੇਰਾ ਘਰ ਵਾਲਾ ਮੈਨੂੰ ਕੁੱਟਦਾ ਮਾਰਦਾ, ਸ਼ਰਾਬ ਪੀਂਦਾ, ਬਤਾ ਬੋਲਦਾ, ਨੋ, ਕੁਛ ਨਹੀਂ ਆਪਣੇ ਘਰ ਵਾਲੇ ਬਾਰੇ ਕਹਿਣਾ, ਕੋਈ ਨਿੰਦਿਆ ਨਹੀਂ ਕਰਨੀ ਉਹਦੀ ਕਿਸੇ ਦੇ ਸਾਹਮਣੇ, ਨਾ ਹੀ ਉਹਨੂੰ ਟੋਕਣਾ। ਮੈਂ ਦਾਅਵੇ ਨਾਲ ਕਹਿਣਾ ਮੈਂ ਹਟ ਜਾਏਗਾ ਉਹ ਜੀ ਹਟਿਆ ਨਹੀਂ ਹੈ। ਮੈਂ ਤੂੰ 35 ਦਿਨ ਟੋਕਿਆ ਉਹਨੂੰ, 34 ਦਿਨ ਤੈਨੂੰ ਯਾਦ ਰਹੇ ਮੇਰੀ ਗੱਲ, 35 ਦਿਨ ਭੁੱਲ ਗਈ, ਟੋਕਿਆ ਕਿ ਨਹੀਂ? ਕਹਿੰਦੇ ਹਾਂ ਜੀ। ਮੈਂ ਕਰ ਫਿਰ 40 ਦਿਨ ਹੋਰ ਪਾਠ। ਜਦ ਮੈਂ ਤੈਨੂੰ ਕਿਹਾ ਸੀ ਟੋਕਣਾ ਨਹੀਂ, ਗੁਰੂ ਮਹਾਰਾਜ ਨੇ ਮੈਂ ਆਪੇ ਹਟਾ ਦਾਂਗਾ, ਤੇਰੇ ਟੋਕਣ ਅੱਜ ਤੱਕ ਨਹੀਂ ਹਟਿਆ, ਹੁਣ ਕਿਵੇਂ ਹਟ ਜੂਗਾ? ਜਾਂ ਤਾਂ ਕੋਈ ਜਨਾਨੀ ਇਹ ਕਹਦੇ ਹਾਂ ਜੀ ਮੈਂ ਟੋਕ ਕੇ ਆਪਣੇ ਪਤੀ ਨੂੰ ਠੀਕ ਕਰਦੇ, ਸਵਾਲ ਹੀ ਪੈਦਾ ਨਹੀਂ ਹੁੰਦਾ। ਤੁਸੀਂ ਗੁਰੂ 'ਤੇ ਛੱਡ ਦਿਓ, ਜੇ ਅਸੀਂ ਤੁਹਾਨੂੰ ਪਾਠ ਦਿੱਤਾ ਗੁਰੂ 'ਤੇ ਛੱਡ ਦਿਓ ਵੀ ਗੁਰੂ ਸੱਚੇ ਪਾਤਸ਼ਾਹ ਮੈਂ ਬੇਵੱਸ ਹਾਂ,
ਮੈਂ ਜਿਹੜਾ ਜ਼ੋਰ ਲਾਉਣਾ ਸੀ ਲਾ ਲਿਆ, ਇਹ ਸਮਝਦਾ ਨਹੀਂ, ਇਹ ਟੋਕਿਆ ਵੀ ਨਹੀਂ ਠੀਕ ਹੁੰਦਾ, ਲੜਿਆ ਵੀ ਨਹੀਂ ਠੀਕ ਹੁੰਦਾ, ਮੈਂ ਤਾਂ ਹਥਿਆਰ ਸੁੱਟੇ, ਮੈਂ ਤੁਹਾਡੀ ਸ਼ਰਨ 'ਚ ਅੱਗੇ ਇਹ 'ਤੇ ਕਿਰਪਾ ਕਰੋ, ਮੈਂ 40 ਦਿਨਾਂ 'ਚ ਹੋ ਜਾਏਗੀ ਕਿਰਪਾ। ਗੁਰੂ ਤੇ ਛੱਡੋ ਤਾਂ ਸਹੀ, ਤੁਸੀਂ ਫਿਰ ਜਿਹੜਾ ਉਹਨੂੰ ਟੋਕਦੇ ਹੋ, ਹਾਂਜੀ ਉਹ ਫਿਰ ਠੀਕ, ਗੁਰੂ ਬਾਗ ਚੰਗਾ ਫਿਰ ਟੋਕ ਲੈ। ਤੁਸੀਂ ਅਗਰ ਕੰਮ ਕਰਾਉਣਾ ਇੱਕੋ ਬੰਦੇ ਕੋਲ ਸਿਫਾਰਿਸ਼ ਲਾਉਣੀ ਹੈ, ਜੇ ਤੁਸੀਂ 2 ਬੰਦਿਆਂ ਅੱਗੇ ਸਿਫਾਰਿਸ਼ ਲਾਤੀ ਨਾ, ਤੁਹਾਡਾ ਕਦੇ ਕੰਮ ਨਹੀਂ ਹੋਏਗਾ। ਤੁਸੀਂ ਦੇਖ ਲਿਓ, ਕਦੇ ਉਹ ਕਹੂਗਾ ਉਹ ਕਰੂਗਾ, ਉਹ ਕਹੂਗਾ ਉਹ ਕਰੂਗਾ, ਪਤਾ ਤਾਂ ਲੱਗ ਹੀ ਜਾਂਦਾ ਉਹਨੇ 2 ਬੰਦਿਆਂ ਨੂੰ ਸਿਫਾਰਿਸ਼ ਲਈ, ਕਦੇ ਨਹੀਂ ਤੁਹਾਡਾ ਕੰਮ ਹੋਏਗਾ। ਇੱਕੋ ਨੂੰ ਫੜਨਾ। ਮੈਂ ਤੁਸੀਂ ਗੁਰੂ ਨੂੰ ਵੀ ਕਿਹਾ ਮੇਰਾ ਪਤੀ ਸ਼ਰਾਬੀ ਨੂੰ ਹਟ ਜੇ, ਆਪ ਵੀ ਟੋਕ ਰਹੇ ਹੋ, ਨਹੀਂ ਹੋਏਗਾ, ਜਾਓ ਫਿਰੀ ਜਾਓ, ਜਿਹਨੇ ਮਰਜ਼ੀ ਚਲੀਏ ਕਰ ਲਓ। ਆਪਣੇ ਹਥਿਆਰ ਸੁੱਟੋ ਅਤੇ ਗੁਰੂ ਮਹਾਰਾਜ ਨੂੰ ਕਹੋ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਨੇ, ਕਰ ਦੇਣਗੇ। ਉਹਨਾਂ ਨੂੰ ਕੀ ਦੇਰ ਲੱਗਦੀ ਹੈ, ਉਹਨਾਂ ਨੂੰ ਘੁੰਡੀ ਮਰੋੜਨੀ ਅੰਦਰੋਂ, ਚਲ ਇੱਧਰ ਨੂੰ ਹੋ ਗਿਆ, ਹੋਰ ਕੀ ਹੈ। ਵਿੱਚਾ ਸੱਜਣਾ ਠੇਕੇ ਜਾਂਦਾ ਸੀ, ਤੇਰਾ ਕੋਟਾ ਪੂਰਾ ਹੋ ਗਿਆ, ਚੱਲ ਗੁਰਦੁਆਰੇ ਨੂੰ, ਹਾਂਜੀ ਇੱਥੇ ਆ ਜਾਏਗਾ। ਉਸ 'ਤੇ ਛੱਡੋ ਗੁਰੂ ਮਹਾਰਾਜ 'ਤੇ, ਆਪਣੇ ਦਾਅਵੇ ਛੱਡੋ, ਆਪਣੇ ਜ਼ੋਰ ਲਾਉਣਾ ਛੱਡੋ, ਗੁਰੂ 'ਤੇ ਛੱਡੋ। ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਨੀ, ਉਹ ਕਰ ਦੇਣਗੇ। ਇਸ ਲਈ ਕਹਿੰਦੇ ਮੈਂ ਤਾਂ ਕਹਿੰਦਾ ਪਰਮਾਤਮਾ ਦਾ ਨਾਮ ਘੁੱਟ ਕੇ ਫੜਿਆ ਹੋਇਆ, ਬਸ ਮੈਂ ਤਾਂ ਉਹਦਾ ਨਾਮ ਜਪਦਾ ਰਹਿਣਾ। ਸੋਝੀ ਆ ਗਈ ਨਾ ਕਿ ਇਹੀ ਇੱਕ ਚੀਜ਼ ਹੈ ਜਿਹਨੇ ਸਦਾ ਰਹਿਣਾ, ਜਿਹਨੇ ਮਰਨ ਤੋਂ ਬਾਅਦ ਵੀ ਸਾਡੇ ਨਾਲ ਜਾਣਾ, ਔਰ ਥਾਂ ਥਾਂ 'ਤੇ ਸਾਡੀ ਸਹਾਇਤਾ ਕਰਨੀ ਨਾਮ ਨੇ। ਪਰ ਅਸੀਂ ਪੜ੍ਹ ਕੇ ਸੁਣ ਕੇ ਵੀ ਬਸ ਘੰਟੇ ਕੁ ਤੱਕ ਸਿੱਖ ਇਤਿਹਾਸ 'ਚ ਆਉਂਦਾ ਹੈ ਬਈ ਕਲਯੁੱਗ ਆ ਗਿਆ ਗੁਰੂ ਮਹਾਰਾਜ ਕੋਲ, ਮੁਆਫੀ ਮੰਗ। ਗੁਰੂ ਮਹਾਰਾਜ ਕਹਿੰਦੇ ਚੱਲ ਚੱਲ ਤੇਰਾ ਨਹੀਂ ਰਾਹ ਚੱਲੇਗਾ। ਕਹਿੰਦੇ ਦੇਖੋ ਜੀ ਮੇਰਾ ਰਾਜ ਹੈ, ਇਹ ਐਂ ਤਾਂ ਨਹੀਂ ਹੋ ਸਕਦਾ, ਮੇਰਾ ਰਾਜ ਹੈ, ਹੁਣ ਮੈਂ ਰਾਜਾ। ਸੱਚ ਹੈ ਕਿ ਝੂਠ ਹੈ, ਜੋ ਲਿਖਿਆ ਹੋਇਆ ਹੈ। ਅਖੀਰ ਤੋਂ ਕਹੀ ਗਿਆ। ਗੁਰੂ ਮਹਾਰਾਜ ਕਹਿੰਦੇ ਵੀ ਜਿੱਥੇ ਸਾਡੇ ਸਿੱਖ ਸੰਗਤ ਕਰ ਰਹੇ ਹੁਣ ਨਾ, ਤੂੰ ਉੱਥੇ ਨਹੀਂ ਜਾਣਾ। ਕਹਿੰਦੇ ਜੀ ਮੈਂ ਜੋੜਿਆਂ 'ਚ ਖੜ ਸਕਦਾ? ਹਾਂ, ਕਹਿੰਦੇ ਉੱਥੇ ਖੜ ਸਕਦੇ। ਆ ਤੂੰ ਜੋੜੇ ਪਾਉਣੇ ਨੇ, ਕਲਯੁੱਗ ਸ਼ੁਰੂ ਹੋ ਜਾਣਾ, ਸਭ ਮੇਰੀ ਗੱਲਾਂ ਸਾਰੀ ਭੁੱਲ ਜਾਣੀਆਂ ਨੇ, ਉਹ ਜੈਸੇ ਥੇ ਹੋ ਜਾਣੇ। ਉਹੜੀ ਗੱਲ ਵੀ ਜਾਨ 8 ਵਜਣ ਵਾਲੇ ਨੇ, ਆਉਣ ਦੇ ਇਹਨਾਂ ਨੂੰ ਹੇਠਾਂ, ਹੁਣੇ ਕਬੀਰ ਭੁਲਾ ਦਾਂਗਾ ਘਰ ਤੱਕ ਜਾਂਦਿਆਂ ਨੂੰ। ਸੋ ਇਸ ਲਈ ਜੇ ਕਿਤੇ ਯਾਦ ਰਹਿ ਜੇ ਫਿਰ ਤਾਂ ਗੱਲ ਕੋਈ ਬਣ ਸਕਦੀ ਹੈ ਸਾਡੀ। ਗੁਰੂ ਮਹਾਰਾਜ ਕਿਰਪਾ ਕਰਨਾ, ਉਹਨਾਂ ਦਾ ਯਾਦ ਸੀ ਕਿ ਨਾਮ ਨੇ ਹੀ ਨਾਲ ਜਾਣਾ, ਇਹਨੇ ਹੀ ਮੇਰੀ ਸਹਾਇਤਾ ਕਰਨੀ ਹੈ। ਜੇ ਅੱਜ ਇੱਕ ਜੁਲਾਹੇ ਨੂੰ ਲੋਕ ਕਬੀਰ 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 ਕਰਕੇ ਪ੍ਰਸਿੱਧ ਹੋ ਗਏ। ਕਬੀਰ ਸਾਹਿਬ ਆਪ ਕਹਿੰਦੇ ਨੇ ਮੈਨੂੰ ਤਾਂ ਆਪ ਨਹੀਂ ਪਤਾ ਵੀ ਕਬੀਰ ਕਬੀਰ ਕਿਉਂ ਹੋ ਰਹੀ ਹੈ। ਮੈਨੂੰ ਤਾਂ ਪਤਾ ਹੀ ਨਹੀਂ ਵੀ ਮੈਂ ਕਿਹੜਾ ਕੰਮ ਕੀਤਾ ਜਿਸ ਕਰਕੇ ਕਬੀਰ ਹੀ ਕਬੀਰ ਕਬੀਰ ਹੀ ਕਬੀਰ ਹੋ ਰਹੀ ਹੈ। ਨਾਮ ਜਿਹੜਾ ਜਪਦਾ ਪਰਮਾਤਮਾ ਦੀ ਵਡਿਆਈ ਕਰਾਣੀ ਹੀ ਕਰਾਣੀ। ਬਾਣੀ ਕਹਿੰਦਾ ਜਿਹੜਾ ਪਰਮਾਤਮਾ ਦੀ ਵਡਿਆਈ ਕਰਦਾ ਪਰਮਾਤਮਾ ਉਹਦੀ ਵਡਿਆਈ ਕਰਾਉਂਦਾ। ਦੇਖੋ ਸੌਦੇ ਬੜੇ ਵਧੀਆ, ਮੈਂ ਜੇ ਬੜੇ ਧਿਆਨ ਨਾਲ ਬਾਣੀ ਪੜ੍ਹਦਾ ਮੈਂ ਯਾਰ ਕਿਆ ਬਾਤ ਹੈ। ਇਹ ਨਹੀਂ ਕਿ ਰੱਬ ਨੇ ਤੁਸੀਂ ਵੈਗਰੂ ਵੈਰੂ ਕਰੀ ਜਾਓ ਜੀ, ਨਹੀਂ। ਉਹ ਕਹਿੰਦਾ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਦਾ। ਕਿ ਤੁਸੀਂ ਮੇਰੀ ਭਜਨਬੰਦੀ ਕਰੋ, ਮੈਂ ਤੁਹਾਡੇ ਘਰ ਸਵਾਰਾਂਗਾ, ਮੈਂ ਤੁਹਾਨੂੰ ਅਮੀਰ ਕਰ ਦਾਂਗਾ, ਉਹ ਤੁਹਾਡੀ ਸਮਾਜ ਬੱਲੇ ਬੱਲੇ ਕਰਾ ਦਾਂਗਾ, ਵੱਡੇ ਵੱਡੇ ਰਾਜੇ ਆ ਕੇ ਤੁਹਾਨੂੰ ਮੱਥੇ ਟੇਕਣਗੇ, ਇੰਨਾ ਕਰਾ ਦਾਂਗਾ ਮੈਂ ਤੁਹਾਨੂੰ। ਪਰ ਇਹ ਬੰਦੇ ਨੂੰ ਸਮਝ ਹੀ ਨਹੀਂ ਆਉਂਦੀ, ਇਹਨੂੰ ਸਮਝ ਨਹੀਂ ਆਉਂਦੀ। ਪਤਾ ਨਹੀਂ ਕਦੋਂ ਸਮਝ ਆਵੇਗੀ, ਕਿਤੇ ਮਰਨ ਤੋਂ ਪਹਿਲਾਂ ਆ ਗਈ ਨਾ ਸਮਝ, ਗੱਲ ਬਣ ਜਾਏਗੀ ਸਾਡੇ। ਦੁਨੀਆ ਝੁਕਦੀ ਹੈ ਨਾ ਨਾਮ ਜਪਣ ਵਾਲੇ ਲੱਗੇ। ਹਾਂ, ਰਾਜੇ ਮਹਾਰਾਜੇ ਆਸ਼ੀਰਵਾਦ ਦਾ ਲੈਣ ਆਉਂਦੇ ਨੇ। ਹਾਂ, ਇਹ ਨਾਮ ਹੈ। ਨਾਮ 'ਚ ਇਹ ਨਹੀਂ ਤੱਕਦਾ, ਵੱਡਿਆਂ ਵੱਡਿਆਂ ਨੂੰ ਝੁਕਾ ਦਿੰਦੇ। ਇਸ ਲਈ ਸਾਧੂ ਜਿਹੜੇ ਹੁੰਦੇ ਨੇ ਇਹ ਰਾਜਿਆਂ ਤੋਂ ਵੀ ਉੱਪਰ ਹੁੰਦੇ ਨੇ, ਇਹ ਰਾਜਿਆਂ ਤੋਂ ਵੀ ਉੱਪਰ ਹੁੰਦੇ ਨੇ। ਹਾਂ, ਜੇ ਕੋਈ ਸਾਧੂ ਹੀ ਨਹੀਂ ਰਿਹਾ ਤਾਂ ਫਿਰ ਰਾਜੇ ਦਾ ਚਮਚਾ ਬਣ ਜਾਵੇਗਾ, ਤਾਂ ਫਿਰ ਉਹ ਰਾਜੇ ਇਹਨਾਂ ਨੂੰ ਵਰਤਣਾ ਸ਼ੁਰੂ ਕਰ ਦੇਣਗੇ। ਨਹੀਂ ਤਾਂ ਸਾਧੂ 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 ਰਾਜਿਆਂ ਤੋਂ ਵੀ ਉੱਪਰ ਹੁੰਦਾ। ਪੁਰਾਣੇ ਜ਼ਮਾਨੇ ਸਤਯੁਗ ਤੋਂ ਲੈ ਕੇ ਰਾਜੇ ਹਮੇਸ਼ਾ ਸਾਧੂ ਕੋਲ ਜਾ ਕੇ ਜਿਹੜਾ ਆਸ਼ੀਰਵਾਦ ਲੈ ਕੇ ਆਇਆ ਕਰਦੇ ਸੀ। ਆਸ਼ੀਰਵਾਦ ਲੈ ਕੇ ਆਏ। ਦੇਖੋ ਜਦੋਂ ਦੁਆਪਰ 'ਚ ਯੁੱਧ ਹੋਣਾ ਹੈਗਾ ਤਾਂ ਧ੍ਰਿਤਰਾਸ਼ਟਰ ਨੇ ਕਿਹਾ ਆਪਣੇ ਮੁੰਡੇ ਨੂੰ, ਜਾ ਕਹਿੰਦੇ ਕ੍ਰਿਸ਼ਨ ਮਹਾਰਾਜ ਤੋਂ ਆਸ਼ੀਰਵਾਦ ਲੈ ਕੇ ਆ। ਵੀ ਚਲੋ ਉਹਨੂੰ ਭਗਵਾਨ ਕਹਿੰਦੇ ਲੋਕ ਵੀ ਆਸ਼ੀਰਵਾਦ ਲਿਆ। ਦੋਨਾਂ ਧਿਰਾਂ ਨਹੀਂ ਆਉਣਾ ਸੀ,
ਉਹ ਤਾਂ ਸਾਂਝੇ ਸਨ। ਪਹਿਲਾਂ ਦੁਰਯੋਧਨ ਚਲਿਆ ਗਿਆ, ਉਹ ਜੀ ਸਵੇਰੇ ਲੜਾਈ ਹੋਣੀ ਹੈ ਜੀ, ਆਸ਼ੀਰਵਾਦ ਦੇ ਦਿਓ ਜੀ। ਕ੍ਰਿਸ਼ਨ ਮਹਾਰਾਜ ਕਹਿੰਦੇ ਦੇਖ ਭਾਈ, ਤੂੰ ਐਂ ਪਹਿਲਾਂ ਮੇਰੇ ਕੋਲ 2 ਚੀਜ਼ਾਂ, ਇੱਕ ਮੈਂ, ਇੱਕ ਮੇਰੀ ਫੌਜ। ਤੂੰ ਐਂ ਪਹਿਲਾਂ ਬੋਲ ਦੋਨਾਂ 'ਚ ਕਿਹੜਾ ਚਾਹੀਦਾ। ਉਹਨੇ ਸੋਚਿਆ ਇਕੱਲੇ ਤੋਂ ਮੈਂ ਕੀ ਕਰਾਉਣਾ। ਕਹਿੰਦੇ ਫੌਜ ਦੇ ਦਿਓ। ਉਹਨਾਂ ਆਪਣਾ ਕਮਾਂਡਰ ਸੱਦਿਆ, ਉਹਨੂੰ ਕਹਿੰਦੇ ਕੱਲ੍ਹ ਤੋਂ ਤੁਸੀਂ ਨਾ ਕੈਰਵਾਂ ਵਾਲੇ ਪਾਸੇ ਲੜਾਈ ਕਰਨੀ ਹੈ ਪਾਂਡਵਾਂ ਦੇ ਵਿਰੁੱਧ, ਇਹਦੀ ਮੰਨਣੀ ਜਿਵੇਂ ਕਹੇਗਾ। ਵਾਪਸ ਆਪਣੇ ਬਾਪ ਕੋਲ ਜੇ ਧ੍ਰਿਤਰਾਸ਼ਟਰ ਕੋਲ, ਧ੍ਰਿਤਰਾਸ਼ਟਰ ਦੁਰਯੋਧਨ ਗਿਆ ਸੀ ਕ੍ਰਿਸ਼ਨ ਕੋਲ? ਹਾਂ ਗਿਆ ਸੀ। ਕੀ ਗੱਲਬਾਤ ਹੋਈ? ਕਹਿੰਦੇ ਵੀ ਦੇਖ ਤੂੰ ਪਹਿਲਾਂ ਆਇਆ, ਮੇਰੇ ਕੋਲ 2 ਚੀਜ਼ਾਂ ਨੇ, ਇੱਕ ਮੈਂ ਹਾਂ, ਇੱਕ ਮੇਰੀ ਫੌਜ ਹੈ, ਬੋਲ ਕੀ ਲੈਣਾ। ਕਹਿੰਦੇ ਮੈਂ ਫੌਜ ਮੰਗੀ ਹੈ। ਜਾ ਕਦਾ ਮੂਰਖਾ, ਤੂੰ ਹਾਰ ਜਾਏਗਾ। ਕਹਿੰਦੇ ਕਿਉਂ ਹਾਰ ਜਾਏਗਾ? ਉਹ ਕਮਲਿਆ, ਜਿਹਦੇ ਵੱਲ ਭਗਵਾਨ ਹੋ ਜਾਏਗਾ ਉਹਨੂੰ ਕੌਣ ਹਰਾ ਸਕਦਾ? ਦੱਸ, ਕੋਈ ਹਰਾ ਸਕਦਾ ਭਗਵਾਨ ਨੂੰ? ਤੇਰੇ 'ਚ ਇੰਨੀ ਅਕਲ ਨਾ ਆਈ। ਉਹਨੇ ਕਿਹਾ ਵੀ ਹਾਂ ਤੂੰ ਪਹਿਲਾਂ ਮੰਗ, ਦੋਨਾਂ 'ਚ ਕੀ ਮੰਗਣਾ? ਕਿ ਤੂੰ ਹਾਰ ਜਾਣਾ। ਭਗਵਾਨ ਪਾਂਡਵਾਂ ਵੱਲ ਹੋ ਜਾਣਾ ਹੈ, ਉਹਨੂੰ ਕੌਣ ਹਰਾ ਦੇਗਾ ਭਗਵਾਨ? ਜੇ ਭਗਵਾਨ ਹੀ ਹਾਰ ਗਿਆ ਤਾਂ ਭਗਵਾਨ ਕਾਹਦਾ ਹੋਇਆ? ਜੇ ਰਾਮ ਚੰਦਰ ਜੀ ਰਾਵਣ ਤੋਂ ਹਾਰ ਜਾਂਦੇ ਫਿਰ ਕਾਹਦੇ ਰਾਮ ਸਨ ਉਹ? ਭਗਵਾਨ ਨਹੀਂ ਹਾਰਿਆ ਕਰਦਾ। ਪਰ ਨਾ ਗਿਆਨ ਬਦਕਿਸਮਤੀ ਸੀ ਨਾ, ਗਿਆਨ ਨਹੀਂ ਸੀ। ਹਾਂਜੀ ਵੀ ਮੈਂ ਇੱਕ ਤੋਂ ਕੀ ਕਰਾਉਣਾ, ਉਹਨੂੰ ਪਤਾ ਨਹੀਂ ਇਹ 1 ਸਵਾ ਲੱਖ ਵਰਗਾ ਹੈ ਗਿਆਨ ਦਾ। ਕਈ ਵਾਰੀ ਅਸੀਂ ਗਿਆਨੀ ਹਾਂ, ਬਾਣੀ ਸਾਨੂੰ ਗਿਆਨ ਦਿੰਦੀ ਰਹਿੰਦੀ ਹੈ। ਗੁਰੂ ਦੇ ਮੁਕਾਬਲੇ ਦਾ, ਸਾਧੂ ਦੇ ਮੁਕਾਬਲੇ ਦਾ ਕੋਈ ਹੋਰ ਨਹੀਂ ਹੁੰਦਾ ਹੈਗਾ। ਉਹਨਾਂ ਕੋਲ ਜਾਈਦਾ, ਉਹਨਾਂ ਤੋਂ ਸਿੱਖਿਆ ਲਓ, ਉਹਨਾਂ ਦਾ ਸਤਿਕਾਰ ਕਰੋ, ਉਸ ਸਿੱਖਿਆ ਅਨੁਸਾਰ ਜੀਵਨ ਜਿਵੋ। ਜਦੋਂ ਵਾਰੀ ਵਾਰੀ ਬਾਣੀ 'ਚ ਗਰੰਟੀਆਂ ਦਿੱਤੀਆਂ ਹੋਈਆਂ, ਫਿਰ ਸਾਨੂੰ ਕੀ ਲੋੜ ਅਸੀਂ ਧੱਕੇ ਖਾਂਦੇ ਫਿਰੀਏ? ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਉਈਆਂ ਹੀ ਲੋਕ ਧੱਕੇ ਜਿਹੇ ਖਾਈ ਜਾਂਦੇ ਨੇ ਵੀ ਤਾਂ ਅਸੀਂ ਅਗਿਆਨੀ ਹਾਂ। ਤੁਸੀਂ ਬਾਣੀ ਧਿਆਨ ਨਾਲ ਪੜ੍ਹੋ ਤਾਂ ਤੁਸੀਂ ਚਲੋ ਹੋਰ ਤਾਂ ਛੱਡੋ, ਸੁਖਮਨੀ ਸਾਹਿਬ ਦੀ 2 ਪਹਿਲੀਆਂ ਅਸ਼ਟਪਦੀਆਂ ਪੜ੍ਹ ਲਓ, ਲਿਖੇ ਜਾਓ। ਤੇ ਸਿਮਰਨ ਕਰਨ ਦੇ ਕੀ 68 ਲਾਭ ਲਿਖੇ ਨੇ ਪਹਿਲੀਆਂ 2 ਅਸ਼ਟਪਦੀਆਂ 'ਚ। ਸਿਮਰਨ ਕਰਦੇ 68 ਲਾਭ, ਇੱਕ ਅੱਧਾ ਨਹੀਂ 68। ਹੋਰ ਦੱਸੋ ਕੀ ਚਾਹੀਦਾ? ਨਹੀਂ ਕਰਦੇ, ਬਸ ਸੌਂ ਲੈ, ਆਪਣਾ ਰੋਟੀ ਪਾਣੀ ਖਾ ਲਏ, ਹੂੰ ਕਰ ਲਈ, ਗੱਪ ਮਾਰ ਲਈ, ਸਿਮਰਨ ਨਹੀਂ ਕਰਨਾ। ਪੜ੍ਹ ਕੇ ਦੇਖੋ ਕੱਲ੍ਹ, ਪੈਨ ਕਾਗਜ਼ ਲੈ ਕੇ ਲਿਖੀ ਜਾਓ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਇੱਕ, ਪ੍ਰਭ ਕੈ ਸਿਮਰਨ ਸਭ ਕੀ ਸੁਝੈ। 3 ਕਾਲਾਂ ਦਾ ਗਿਆਨ, ਦਾ ਪਾਸਟ, ਪ੍ਰੈਜ਼ੈਂਟ, ਫਿਊਚਰ ਦਾ ਗਿਆਨ ਦਾ ਸਿਮਰਨ ਕਰਨ ਨਾਲ। ਅਲਾ ਕਿਹਾ ਜੈਮਲ ਸਾਹਿਬ ਤਾਂ ਪਿਛਲੇ ਜਨਮ 'ਚ ਆ ਸੀ, ਅਗਲੇ ਜਨਮ 'ਚ ਆ ਬਣੇਗਾ। ਅਲਾ ਦੇਖੀ ਜਾਂਦਾ ਝੱਕ ਵੀ ਹੈ ਉਹਨਾਂ 3 ਕਾਲਾਂ ਦਾ। ਪ੍ਰਭ ਕੈ ਸਿਮਰਨ ਸਭ ਕੀ ਸੁਝੈ, ਪ੍ਰਭ ਕੈ ਸਿਮਰਨ ਨਾਹੀ ਜਮ ਤਰਸ, ਪ੍ਰਭ ਕੈ ਸਿਮਰਨ ਪੂਰਨ ਅਸ। ਲਿਖੀ ਜਾਓ, ਫਿਰ ਤੁਸੀਂ ਵਾਕਈ 68 ਲਾਭ ਲਿਖੇ ਹੋਏ ਨੇ ਸਿਮਰਨ ਦੇ। ਸਾਡੀ ਬਦਕਿਸਮਤੀ ਹੈ ਕਿ ਅਸੀਂ ਧੱਕੇ ਤੋੜੇ ਜਿਹੇ ਜ਼ਿੰਦਗੀ ਖਾਈ ਜਾਂਦੇ ਹਾਂ। ਗੁਰੂ ਮਹਾਰਾਜ ਕਹਿੰਦੇ ਤੁਹਾਡੇ ਇੱਥੇ ਸਵਰਗ ਬਣਾ ਦਿੰਦੇ, ਕਿਉਂ ਐਵੇਂ ਨਰਕ ਭੋਗੀ ਜਾ ਰਹੇ ਹੋ? ਪਰ ਉਹ ਸੂਰ ਬਿਰਤੀ ਹੈ ਬੰਦੇ ਦੀ ਵੀ ਹਾਂ ਸਾਨੂੰ ਸਵਰਗ ਨਹੀਂ ਚਾਹੀਦਾ, ਸਾਨੂੰ ਗੰਦੀਆਂ ਨਾਲੀਆਂ ਚਾਹੀਦੀਆਂ। ਸਾਡੀ ਸੋਚ ਇੱਥੋਂ ਤੱਕ ਹੋ ਗਈ। ਅਸੀਂ ਸਵਰਗ ਬਣਾਉਣੇ ਨਹੀਂ ਚਾਹੁੰਦੇ ਆਪਣੀ ਜ਼ਿੰਦਗੀ ਨੂੰ। ਬਾਣੀ ਕਹਿੰਦੀ ਇੱਥੇ ਸਵਰਗ ਬਣਾ ਲਓ, ਅੱਗੇ ਤਾਂ ਫਿਰ ਤੁਹਾਨੂੰ ਮਿਲ ਹੀ ਜਾਣਾ। ਲੋਕ ਸੁਖੀਏ ਪਰਲੋਕ ਸਵੇਲੇ ਤਾਂ ਹੋਣਗੇ, ਜੇ ਲੋਕ ਹੀ ਦੁਖੀਏ ਨੇ ਪਰਲੋਕ ਸਵੇਲੇ ਕਿੱਥੇ ਹੋ ਜਾਣਗੇ? ਤੇ ਜਿਹਦੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ, ਨਿਬੜੇ ਕੰਮ। ਅਸੀਂ ਬਾਣੀ ਅਨੁਸਾਰ ਜੀਵਨ ਜਿਉ ਕਿ ਇੱਥੇ ਸਵਰਗੀ ਜੀਵਨ ਬਣਾਉਣਾ ਹੈ। ਅਗਲੇ ਸਵਰਗ ਦੀ ਆਸ ਨਹੀਂ ਰੱਖਣੀ। ਜਦੋਂ ਇੱਥੇ ਸਵਰਗ ਹੋ ਜਾਏਗਾ ਅੱਗੇ ਆਪੇ ਹੀ ਮਿਲ ਜਾਣਾ। ਗੁਰੂ ਮਹਾਰਾਜ ਕਿਰਪਾ ਕਰਨ ਹੈ। ਹਰ ਕਾ ਗੁਰੂ ਮਹਾਰਾਜ ਨੇ ਬਾਣੀ ਲਿਖੀ ਹੈ, ਸਿੱਖ ਦੇ ਭਲੇ ਲਈ ਲਿਖੀ ਹੈ। 2 ਗੱਲਾਂ ਖਿਆਲ ਰੱਖ ਹਮੇਸ਼ਾ, ਬਾਣੀ 'ਚ ਜੋ ਲਿਖਿਆ ਸੱਚ ਲਿਖਿਆ, ਅਤੇ ਜੋ ਲਿਖਿਆ ਮੇਰੇ ਭਲੇ ਲਈ ਲਿਖਿਆ। ਐਂ ਕਰਨਾ, ਯਾਦ ਰੱਖਣੀ ਗੱਲ। ਬਾਣੀ 'ਚ ਜੋ ਲਿਖਿਆ ਸੱਚ ਲਿਖਿਆ, ਅਤੇ ਜੋ ਲਿਖਿਆ ਐਂ ਕਹਿਣਾ ਮੇਰੇ ਭਲੇ ਲਈ ਲਿਖਿਆ। ਅਤੇ ਫਿਰ ਭਲਾ ਤਾਂ ਹਰ ਬੰਦਾ ਆਪਣਾ ਚਾਹੁੰਦਾ, ਅਤੇ ਬਸ ਫਿਰ ਬਾਣੀ ਅਨੁਸਾਰ ਜੀਵਨ ਜਿਉਂ, ਭਲਾ ਹੋ ਜਾਏਗਾ। ਨਹੀਂ ਤਾਂ ਦੁਖੀ ਤਾਂ ਅਸੀਂ ਹਾਂ ਹੀ, ਉਹ ਤਾਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਨਾਨਕ ਦੁਖੀ ਆ ਸਭ ਸੰਸਾਰ। ਇਹ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਵੀ ਮੈਂ ਦੁਖੀ ਹਾਂ ਕਿ ਕੀ, ਉਹ ਤਾਂ ਪਤਾ ਦੁਖੀ ਹੈ, ਹੋਣਾ ਤਾਂ ਸੁਖੀ ਹੈ।
ਉਹ ਬਾਣੀ ਢੰਗ ਤਰੀਕੇ ਦੱਸਦੀ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਅਸੀਂ ਇਸੇ ਜਨਮ 'ਚ ਹੀ ਸਵਰਗੀ ਜੀਵਨ ਸਾਡਾ ਹੋ ਜੇ, ਜੀਵਨ ਆਨੰਦਿਤ ਹੋ ਜੇ, ਸੁਖੀ ਜੀਵਨ ਹੋ ਜੇ, ਅਮੀਰ ਜੀਵਨ ਹੋ ਜੇ, ਕਿਸੇ ਚੀਜ਼ ਦੀ ਕੋਈ ਕਮੀ ਨਾ ਰਹੇ, ਆਦਰ ਮਾਣ ਸਾਡਾ ਹੋ ਜੇ, ਸਭ ਕੁਛ ਹੋ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।